हाँ जी, सत श्री अकाल बच्चों साਰਿਆਂ ਨੂੰ। सो फर्स्ट टाइम होने जा रहा है स्टूडेंट्स की डिमांड ते एक सब्जेक्ट दा स्पेशल कोर्स बैच स्टार्ट होने जा रहा है बच्चों मंडे तो। पहली गल तां ये सब्जेक्ट ਉਹੀ है जिहदी सब तो ਵੱਧ क्वेरी सी, खास करके ਜਦੋਂ ਪਿੱਛੇ ਜੇ ਲੈਕਚਰਰ ਕੈਡਰ ਦੀਆਂ ਪੋਸਟਾਂ ਆਊਟ ਹੋਈਆਂ ਸੀ ਸਰ ਜੀ ਅਸੀਂ ਹਿਸਟਰੀ ਤੇ ਪੋਲਿਟੀ ਕਰਨਾ ਚਾਹੁੰਦੇ ਹਾਂ, ਬਟ ਇਸ ਮੰਡੇ ਤੋਂ ਸਪੈਸ਼ਲ ਬੱਚੋ ਆਪਣਾ ਹਿਸਟਰੀ ਸਪੈਸ਼ਲ बैच स्टार्ट होने जा रहा है। हिस्ट्री स्पेशल इमेजिन कर सकते हो तुसी भी एको टॉपिक नू कितना डिटेल ना कवर करांगे, बट मैं क्विकली तुहानू पहला मैं दस देना चाहना भी ये बैच कितना स्टूडेंट्स दे लिए है तां थोड़ा बड़ा टाइम वेस्ट ना होवे। जिहड़े बच्चा ने एग्जाम यूपीएससी एग्जाम देनी है, खास करके सीएससी दा एग्जाम है, सीडीएस दा एनडीए दा एग्जाम है, जां जिन्हां बच्चा ने एसएससी दा एग्जाम देने जो भी एसएससी दा एग्जाम हुंदा है ਜਾਂ ਆਪਣਾ ਸਟੇਟ ਪੀਸੀਐਸ ਦਾ ਸਟੇਟ ਪੀਸੀਐਸ ਦੇ ਵਿੱਚ ਤਾਂ ਬੇਟੇ ਬਹੁਤ ਜ਼ਿਆਦਾ ਹੁੰਦੀ ਹੈ ਹਿਸਟਰੀ ਦੀ ਤੇ ਬਹੁਤ ਟਿਪੀਕਲ ਤੇ ਡਿਟੇਲਡ ਇਨਫੋਰਮੇਸ਼ਨ ਵਾਲੇ ਕੁਐਸਚਨ ਪੁੱਛੇ ਜਾਂਦੇ ਹੈ। ਉਹ ਨਿੱਕੇ ਮੋਟੇ ਕੁਐਸਚਨ ਆਮ ਤੌਰ ਤੇ ਹਿਸਟਰੀ ਦੇ ਆਉਣੋਂ ਬੰਦ ਹੀ ਹੋ ਚੁੱਕੇ ਹੈ, ਵੱਡੇ ਵੱਡੇ ਕਰੈਕਟਰਿਸਟਿਕ ਫੀਚਰਸ ਦੇ ਸਵਾਲ ਪੁੱਛਣ ਲੱਗ ਗਏ, ਖਾਸ ਕਰਕੇ ਐਂਸ਼ੀਐਂਟ ਹਿਸਟਰੀ ਤੋਂ। ਐਂਸ਼ੀਐਂਟ ਪਾਰਟ ਬਹੁਤ ਡੂੰਘਾ ਪਾਰਟ ਹੈ ਤੇ ਉਨੀ ਡੂੰਘਾਈ ਨਾਲ ਕੀਤਾ ਜਾਊਗਾ ਕਿਉਂਕਿ ਇਹ ਸਪੈਸ਼ਲ ਹੀ ਆਪਣਾ ਹਿਸਟਰੀ ਦਾ ਬੈਚ ਹੋਊਗਾ। थर्डली ਜਾਂ ਜਿੰਨਾ ਬੱਚਿਆਂ ਨੇ ਆਪਾਂ ਕਹਿ ਦਈਏ ਵੀ ਇਹ ਸਬਜੈਕਟ ਦੇ ਵਿੱਚ ਮਹਾਰਤ ਹਾਸਲ ਕਰਨੀ ਹੈ, ਇੱਕ ਚੰਗਾ ਮਾਸਟਰ ਬਣਨਾ ਹੈ ਸਬਜੈਕਟ ਦੇ ਵਿੱਚ, ਉਹ ਤਾਂ ਇਸ ਬੈਚ ਨੂੰ ਜਰੂਰ ਜੁਆਇਨ ਕਰ ਸਕਦੇ ਹੈ। ਸੈਕੰਡ ਹੁਣ ਮੈਂ ਗੱਲ ਕਰਦਾ ਵੀ ਇਸ ਬੈਚ ਦੇ ਫੀਚਰ ਕੀ ਹੈ। ਫਸਟ ਟਾਈਮ ਹੋਣ ਜਾ ਰਿਹਾ ਬੱਚੋ ਹਰ ਕਲਾਸ ਦੇ ਨਾਲ ਤੁਹਾਨੂੰ ਪ੍ਰੋਪਰ ਪੀਡੀਐਫ ਮਿਲਿਆ ਕਰੇਗੀ। ਇਹ ਫਸਟ ਟਾਈਮ ਹੋ ਰਿਹਾ ਹੈ, ਕਲਰਫੁਲ ਪੀਡੀਐਫ ਮਿਲੇਗੀ ਜੋ ਤੁਹਾਨੂੰ ਪੜ੍ਹਨ ਤੇ ਮਜਬੂਰ ਕਰੇਗੀ। ਵੀ ਜੇਸੇ ਆਪਾਂ ਅੱਜ ਆਪਾਂ ਕਲਾਸ ਲਾਵਾਂਗੇ वैसे बैच अपनी ऐप ते डेमो तो स्टार्ट अपना अब डेमो वीडियो तुम समझ सकते हो, वैसे अपना मंडे तो स्टार्ट होना, ठीक है मंडे तो वैसे अपना बैच फुल तरीके नाल स्टार्ट हो जाऊगा। फिर आप इहदे फीचर्स की गल करदे फीचर होर भी खास रखांगे। प्रैक्टिस सैशनस हिस्टरी दे विच मैं तुहानूं की कहा भी बिकम अ मास्टर, ये कोई वैसे नाम का नारा नहीं हैगा, तुहानूं वाकई फील आऊगा विद इन 1 वीक। मंडे तो ਆਪਾਂ ਸਟਾਰਟ ਕਰਾਂਗੇ, ਆਉਂਦੇ ਅਗਲੇ ਮੰਡੇ ਤੱਕ ਤੁਸੀਂ ਆਪੇ ਆਪ ਦੇ ਵਿੱਚ ਇੰਪਰੂਵਮੈਂਟ ਦੇਖੋਗੇ ਇਸ ਸਬਜੈਕਟ ਨੂੰ ਲੈ ਕੇ। ਫੀਚਰ ਖਾਸ ਕੀ ਹੈ, ਜਿਵੇਂ ਇੱਕ ਟੌਪਿਕ ਹੋਊਗਾ ਫॉर एग्जांपल ਆਪਾਂ ਸਾਰੇ ਮੋਡਿਊਲ ਹੀ ਕਵਰ ਕਰਨੇ ਹੈ, ਐਂਸ਼ੀਐਂਟ ਹੈ, ਮੈਡੀਵਲ ਹੈ, ਫਿਰ ਆਪਣਾ ਮਾਡਰਨ ਹੈ, ਫਿਰ ਆਪਣਾ ਵਰਲਡ ਹਿਸਟਰੀ ਹੈ, ਕੰਪਲੀਟ ਹਿਸਟਰੀ ਡਿਟੇਲਸ ਕਰਨੀ ਹੈ। ਆ ਮੈਂ ਕੱਲਾ ਦਿਖਾਉਣ ਵਾਸਤੇ ਨਹੀਂ ਲਿਖਿਆ, ਇਸ ਲੈਵਲ ਤੱਕ ਆਪਾਂ ਕੰਟੈਂਟ ਕਵਰ ਕਰਾਂਗੇ, ਠੀਕ ਹੈ ਨਾ। ਸੈਕੰਡਲੀ ਮੈਂ ਫੀਚਰ ਦੀ ਫੇਰ ਆਉਣਾ ਵਾਪਸ। फीचर की है भी ਜਦੋਂ ਹੀ टॉपिक कवर होगा ਨਾਲ ਦੀ ਨਾਲ ਉਹਦੇ MCQs ਲਾਵਾਂਗੇ, ਨਾਲ ਦੀ ਨਾਲ ਤੁਹਾਨੂੰ PDF ਉਹਦੀ ਪ੍ਰੋਵਾਈਡ ਹੋਊਗੀ, ਉਹਦੇ ਵੀ ਨਾਲ ਡਿਸਕਸ਼ਨ ਕਲਾसेस ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਸੋ ਠੀਕ ਹੈ ਤੇ ਅੱਜ ਫਿਰ ਆਪਾਂ ਹੁਣ ਪਹਿਲਾਂ ਐਂਸ਼ੀਐਂਟ ਹਿਸਟਰੀ ਦੀ ਕਲਾਸ 1 ਇਹਦੇ ਨਾਲ ਆਪਾਂ ਅਪਲੋਡ ਕਰ ਦਿੱਤੀ ਹੈ, ਤੁਸੀਂ ਆਪਦਾ ਐਂਸ਼ੀਐਂਟ ਕਲਾਸ 1 ਨੂੰ ਦੇਖਣਾ ਸਟਾਰਟ ਕਰਨਾ ਹੈ। ਬਟ ਮੈਂ ਫਿਰ ਕਹਿ ਰਿਹਾ ਬੇਸਿਕ ਟੂ ਐਡਵਾਂਸ ਲੈਵਲ ਦਾ ਕੰਟੈਂਟ ਹੋਊਗਾ। ਜੋ ਤੁਹਾਡੇ ਦਿਮਾਗ 'ਚ ਕੁਐਰੀ ਹੈ ਜਾਂ ਇਹਨਾਂ ਨੂੰ ਬੈਚ ਜੁਆਇਨ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਤੁਸੀਂ ਉਸ ਦੇ ਰਿਗਾਰਡਿੰਗ ਵੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਬਟ ਇਸ ਨੰਬਰ ਤੇ ਕਾਲ ਫੇਰ ਕਰਨੀ ਹੈ, ਪਹਿਲਾਂ ਤੁਸੀਂ ਬੱਚੋ ਰੁਪਿੰਦਰ ਸਿੱਧੂ ਅਕੈਡਮੀ ਐਪ ਡਾਊਨਲੋਡ ਕਰ ਲੈਣੀ ਹੈ। ਮੈਨੂੰ ਪਤਾ ਸਾਰਿਆਂ ਨੂੰ ਵੱਧ ਹੁਣ ਫੋਨ ਆਉਣਗੇ ਮਾਸਟਰ ਕੈਡਰ ਐਸਐਸਟੀ ਬੱਚਿਆਂ ਦੇ। ਮੈਂ ਦੱਸ ਦੇਣਾ ਚਾਹਣਾ ਜਿੰਨਾ ਬੱਚਿਆਂ ਨੇ ਮਾਸਟਰ ਕੈਡਰ ਐਸਐਸਟੀ ਦਾ ਬੈਚ ਜੁਆਇਨ ਕੀਤਾ ਹੋਇਆ ਉਹਨਾਂ ਨੇ ਇਸ ਬੈਚ ਨੂੰ ਜੁਆਇਨ ਨਹੀਂ ਕਰਨਾ, ਜਿਨ੍ਹਾਂ ਨੇ ਫਲੈਗਸ਼ਿਪ ਜੁਆਇਨ ਕੀਤਾ ਹੋਇਆ ਉਹਨਾਂ ਨੇ ਵੀ ਜੁਆਇਨ ਨਹੀਂ ਕਰਨਾ। ਤੁਹਾਨੂੰ ਸਾਰੀਆਂ ਕਲਾਸਾਂ ਉਹਨਾਂ ਬੈਚਾਂ ਦੇ ਵਿੱਚ ਮਿਲਣਗੀਆਂ, ਸਮਝੇ ਮੇਰੀ ਗੱਲ। ਬਾਕੀ ਹੋਰ ਜੋ ਵੀ ਸਟੂਡੈਂਟ ਇਸ बैच ਨੂੰ खास करके मैं फिर बारी बारी टाइम वेस्ट कर रहे हैं भी मास्टर बनना महारत हासिल करनी है, PDFs मिलनियां ਇਹਦੇ ਰਿਗਾਰਡਿੰਗ ਤੁਹਾਨੂੰ ਬਾਰ-ਬਾਰ ਮੈਸੇਜ ਕਰਨ ਦੀ ਜ਼ਰੂਰਤ ਨਹੀਂ ਪੈਣੀ, विद क्लास विद PDF आप स्पेशल फीचर रखेंगे, ठीक है। चलो ठीक है फिर स्टार्ट करो आपकी एंशिएंट हिस्ट्री क्लास 1। हाँ जी सत श्री अकाल बच्चों सारिਆਂ ਨੂੰ। ਤੇ ਅੱਜ ਦੀ ਕਲਾਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਤੇ ਖਤਰਨਾਕ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਬੱਚੋ। ਖਤਰਨਾਕ ਵਰਡ ਮੈਂ ਤਾਂ ਯੂਜ਼ ਕੀਤਾ ਹੈ ਕਿਉਂਕਿ ਬਚਪਨ ਤੋਂ ਲੈ ਕੇ ਅੱਜ ਤੱਕ, ਬਚਪਨ ਤੋਂ ਮਤਲਬ 6th ਸਟੈਂਡਰਡ ਤੋਂ ਲੈ ਕੇ ਅੱਜ ਆਪਣੀਆਂ ਉਮਰਾਂ 25+ ਹੋ ਗਈਆਂ, ਜੇਕਰ ਸਭ ਤੋਂ ਵੱਧ ਨਫ਼ਰਤ ਕਿਸੇ ਟੌਪਿਕ ਨੇ ਪੈਦਾ ਕੀਤੀ ਹੈ ਬੱਚੇ ਦਿਮਾਗ ਦੇ ਵਿੱਚ, ਉਹ ਆਪਣਾ ਬੱਚੋ ਹੈਗਾ ਜੀ ਹਿਸਟਰੀ। ਇਹ ਟੌਪਿਕ ਹੈ ਬੱਚਾ ਆਪਣਾ ਹਿਸਟਰੀ ਹੈ। ਤੇ ਹਿਸਟਰੀ ਵਿੱਚ ਵੀ ਆਪਾਂ ਦੇਖੀਏ ਸਭ ਤੋਂ ਟਫ ਪਾਰਟ ਕਿਹੜਾ ਹੁੰਦਾ ਹੈ, प्राचीन भारत जिन्हों बोलते हैं एंशिएंट हिस्टरी। जमा फिर आप अज बच्चे पहला औखी चीज नूं हथ पावांगे, औख पहला जे आप कट लांगे तो फिर जिंदगी अपनी बहुत सौखी हो जानी है, वही चीज आप इत्थे इंप्लीमेंट करांगे। बट हाँ इस टॉपिक नूं दर्जा मिलिया बच्चों बोरिंग दा, इस टॉपिक नूं दर्जा मिलिया भी एक रटन वाला टॉपिक है, जां इहनूं कह दिंदे ये नींद लियाउण वाला टॉपिक है। मतलब एडे मतलब दुष्ट पैदा कीते हुए तुसीं कमाल ते मनोगे,
मतलब आने वाले समय च ਐਂ लगदा भी डॉक्टरां कोल भी जेकर आपां जावांगे भी भाई नींद नहीं आउंदी तां डॉक्टर भी तुहानूं चा के कि हिस्ट्री दी किताब पढ़ा दिया करूगा भी नींद आउंदी नहीं तैनूं डोले देखी किहड़े हिसाब नाल आउंदी है ਇਹੋ ਜਿਹਾ टॉपिक है बट आपां नूं पता ही नहीं ਆਪਾਂ ਨੂੰ ਇਹ ਪਤਾ ਹੀ ਨਹੀਂ ਵੀ ਇਸ ਟੌਪਿਕ ਦੇ ਨਾਲ ਆਪਾਂ ਪਿਆਰ ਵੀ ਪਾ ਸਕਦੇ ਹਾਂ ਜਸਟ ਤੁਸੀਂ ਮੈਨੂੰ 4 ਦਿਨ ਦੇਣੇ ਆ 4 ਦਿਨ ਮਤਲਬ ਜਸਟ 4 ਕਲਾਸਾਂ ਦੇਣੀਆਂ ਉਸ ਤੋਂ ਬਾਅਦ ਬਸ ਮੈਂ ਤੁਹਾਨੂੰ ਆਜ਼ਾਦ ਕਰ ਦੂੰਗਾ ਕਿ ਕਲਾਸ ਲਾਉਣੀ ਹੈ ਲਾਓ ਨਹੀਂ ਲਾਉਣੀ ਨਾ ਲਾਓ ਬਟ ਇੰਨਾ ਮੈਨੂੰ ਪਤਾ ਹੈ ਕਿ ਜੇਕਰ 5 ਮਿੰਟ ਵੀ ਲੇਟ ਹੋ ਜਾ ਕਰਨਗੇ ਤਾਂ ਤੁਸੀਂ ਤਬਾਹੀ ਲਿਆਦਾ ਕਰੋਗੇ ਵੀ ਸਰ ਕਲਾਸ ਨਹੀਂ ਆਈ ਸੁਪਨੇ ਆਉਣ ਲੱਗ ਜਾਣਗੇ ਮਿੱਠੇ ਮਿੱਠੇ ਸੁਪਨੇ ਆਉਣਗੇ बहुत यादगार पल अपने बन जाएंगे बच्चों तो ठीक है पर टाइम वेस्ट ज्यादा ना करिए मेरे अकॉर्डिंग क्योंकि थोड़ा मेन काम तो की है भी क्लास की वेट कर रहे होंगे सर स्टार्ट करो तुम काम की गल करो ठीक है ना लो फिर काम की गल करते हैं बच्चों टॉपिक अपना है जी हिस्टरी च बच्चा जानता है भी 3 पार्ट होंगे 3 पार्ट मतलब की है एंशिएंट है मेडिवल है ते मॉडर्न है एक सिंपल जी क्रोनोलॉजी है बट नाम च की आ गया स्टोरियां ते आम तौर पर की लगता है स्टोरियां मतलब बाउड मारने हैं बड़े बड़े गप रोड़ने हैं बहुत कुछ आप कहते हैं पंजाबी च पिंडां च कहते हैं टरपल छड्डने हैं भी ना जी स्टोरियां आ गई बट नहीं इतिहास पढ़न दे टाइम जो भी चीज बोलनी हुंदी है ना वो लैन शब्द बोलण तो पहला 10 बार सोचना पैंदा है भी वो लैन मैं बोलता रहा कि ओदा मेरे कोल कोई प्रमाण है कि ओदा मेरे कोले कोई सोर्स है भी ऐ नहीं मैं छड्ड सकदा क्योंकि एक ग्रीक भाषा का बच्चों वर्ड है हिस्टरी वर्ड ड्राइव आप स्टोरियां तो नहीं किया हिस्टरी वर्ड आप ड्राइव किया एक ग्रीक भाषा के वर्ड तो वो ग्रीक भाषा का बच्चों वर्ड केड़ा हुंदा है वो ग्रीक भाषा का वर्ड है हिस्टोरिया हिस्टोरिया का मतलब की हुंदा जी हिस्टोरिया का मतलब हुंदा है द इनफॉर्मेशन भी जिहड़ी आपां अपने पास्ट दे विच जो भी घटनावां वापरियां ने वो घटनावां दा अपने कोले कोई सबूत कोई एविडेंस होना चाहिए ਉਹਦਾ मतलब ਹੁੰਦਾ हिस्टोरिया हिस्टोरिया ਦਾ मतलब ਕੀ ਹੁੰਦਾ ਹੈ हिस्टोरिया ਦਾ मतलब ਹੁੰਦਾ ਜੀ the information or knowledge the information or knowledge gathered by investigation ਉਹਨੂੰ ਆਪਾਂ ਬੋਲਦੇ हैं हिस्टोरिया सो जो आप ऐ भी कह सकते हैं कि हिस्टरी की है बच्चों हिस्टरी एक साइंटिफिक स्टडी है मैं अगेन फिर कह रहे हैं कि जो भी चीज बोलनी है ਉਹਦਾ ਆਪਣੇ ਕੋਲੇ ਕੋਈ आधार होना चाहिए कोई अपने कोले माड़ा मोटा अवशेष रिटन एविडेंस फॉसिल्स कुछ भी होना चाहिए ਤਾਂ ਕਰਕੇ ਕਹਿੰਦੇ ਆ ਕਿ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਹੈ ਦੂਜੀ ਚੁਣੌਤੀ ਸਭ ਤੋਂ ਵੱਡੀ ਬੱਚਿਆਂ ਸਾਹਮਣੇ ਹਿਸਟਰੀ 'ਚ ਕਿਹੜੀ ਆਉਂਦੀ ਹੈ ਹਿਸਟਰੀ ਐਡੀ ਟਫ ਕਿਉਂ ਲੱਗਦੀ ਹੈ ਕਿਉਂਕਿ ਹਿਸਟਰੀ ਵਿੱਚ ਸਮੇਂ ਕਾਲ ਬਹੁਤ ਇੰਪੋਰਟੈਂਟ ਹੁੰਦਾ ਹੈ ਹਿਸਟਰੀ ਦੇ ਵਿੱਚ ਬੱਚੋ क्रोनोलॉजी बहुत इंपॉर्टेंट होंदी है मैं वर्ड यूज कर रहा हूं क्रोनोलॉजी बहुत बहुत ज्यादा इंपॉर्टेंट है क्रोनोलॉजी का मतलब की होंदा है भी समय काल के अकॉर्डिंग सारे इवेंट्स नू अरेंज करना ਇਹ ਇਵੈਂਟ ਦੇ ਆਪਾਂ ਅਰੇਂਜ ਕਰਾਂਗੇ ਇੱਥੇ ਆਪਾਂ ਕੁਝ ਵਰਡ ਯੂਜ਼ ਕਰਿਆ ਕਰਾਂਗੇ ਉਸ ਨੂੰ ਪਹਿਲਾਂ ਵੈਸੇ ਮੈਂ ਹਿੰਟ ਦੇ ਰਿਹਾ ਕਿਉਂਕਿ ਅਗਲੀ ਸਲਾਈਡ ਤੋਂ ਆਪਣਾ ਕੰਮ ਸਟਾਰਟ ਹੋਣ ਜਾ ਰਿਹਾ ਠੀਕ ਹੈ ਉਹ ਆਪਣੀ ਕ੍ਰੋਨੋਲੋਜੀ ਦੇ ਵਿੱਚ ਇੱਕ ਆਪਾਂ ਵਰਡ ਯੂਜ਼ ਕਰਦੇ ਹੁੰਦੇ ਆ ਬੱਚੋ BC ਇਹ ਵਰਡ ਆਪਾਂ ਅੱਗੇ ਬਾਹਲੇ ਵਧੀਆ ਤਰੀਕੇ ਨਾਲ ਡਿਫਾਈਨ ਕਰਾਂਗੇ ਅੱਜ ਸ਼ਾਰਟ ਸਮਝ ਲਓ ਕ੍ਰੋਨੋਲੋਜੀ 'ਚ ਇੱਕ ਵਰਡ ਯੂਜ਼ ਕਰਦੇ ਹੁੰਦੇ ਆ ਬੱਚੋ ਆਪਾਂ AD ਇੱਕ ਹੁੰਦਾ ਆਪਣਾ AD ਤੇ ਇੱਕ ਆਪਣਾ ਬੱਚੋ ਕਿਹੜਾ ਹੁੰਦਾ BC ਹੁੰਦਾ AD ਦਾ ਮਤਲਬ ਕੀ ਹੁੰਦਾ ਬੱਚਾ ਜਾਣਦਾ ਹੀ ਹੈ AD ਦਾ ਬੱਚੋ ਮਤਲਬ ਹੁੰਦਾ ਜੀ ਬਿਫੋਰ ਕ੍ਰਾਈਸਟ AD ਦਾ मतलब की ਹੁੰਦਾ है बिफोर क्राइस्ट भी ईसा मसीह ਦੀ ਜ਼ਿੰਦਗੀ ਤੋਂ ਪਹਿਲਾਂ ਦਾ ਜੋ ਟਾਈਮ ਪੀਰੀਅਡ ਹੈ ਉਹਨੂੰ ਕਿਹਾ ਜਾਂਦਾ ਹੈ ਤੇ AD ਫਿਰ ਕੀ ਹੁੰਦਾ ਜੀ anno domini ਤੇ ਧਿਆਨ ਰੱਖੋ ਸਰ ਵੀ ਆ ਕਿਹੋ ਜੀ ਅੰਗਰੇਜ਼ੀ ਆ ਗਈ ਇਹ ਅੰਗਰੇਜ਼ੀ ਭਾਸ਼ਾ ਦਾ ਵਰਡ ਨਹੀਂ ਬੱਚੋ ਇਹ ਲੈਟਿਨ ਭਾਸ਼ਾ ਦਾ ਵਰਡ ਹੈ मतलब ਉਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਵੀ ਉਹ ਸਾਲ ਹੈ anno domini ਨੂੰ ਅੰਗਰੇਜ਼ੀ ਚ ਟ੍ਰਾਂਸਲੇਟ ਕਰਨਾ ਹੋਵੇ in the year of lord कह देंगे है भी यो साल है जो जीसस क्राइस्ट दुनिया ते प्रगट होए है यो साल कहा जाता है बट अज दे जो इतिहासकार है इत्थे सवाल पैदा हो गया बच्चों अज दे जो इतिहासकार है ना इतिहासकारां ने कहा भी ये शब्दावली आपां गलत यूज कर रहे हैं ये किसी एक धर्म विशेष वाले शब्द हो गए वो कहंदे जी आपां नूं सैकुलर टर्मिनोलॉजी यूज करनी चाहिदी है ताई फिर आपां बच्चों हुण BC नूं की लिखण लग गए आपां BC नूं लिखण लग गए जी BCE
ਤੇ ਆਪਾਂ AD ਨੂੰ ਕੀ ਲਿਖਣ ਲੱਗ ਗਏ, AD ਨੂੰ ਆਪਾਂ ਲਿਖਣ ਲੱਗ ਗਏ ਆਪਣਾ ਕੱਲਾ CE। ਇਹ ਚੀਜ਼ ਆਪਾਂ ਯਾਦ ਰੱਖਣਾ ਹੈ, ਅੱਜ ਬੱਚਾ ਬਹੁਤ ਕਨਫਿਊਜ਼ ਹੁੰਦਾ ਹੈ। ਹੁਣ BCE ਕੀ ਹੁੰਦਾ ਬੱਚੋ, ਬਿਫੋਰ ਕਾਮਨ ਐਰਾ। BC ਕੀ ਹੁੰਦਾ ਹੈ, ਬਿਫੋਰ ਕਾਮਨ ਐਰਾ, ਬਿਫੋਰ ਕਾਮਨ ਐਰਾ। ਤੇ ਆਪਣਾ CE ਕੀ ਹੁੰਦਾ ਹੈ, ਕੱਲਾ ਕਾਮਨ ਐਰਾ। ਸੋ ਇਹ ਟਰਮੀਨੋਲੋਜੀ ਦੇ ਵਿੱਚ ਆਪਾਂ ਵਰਡ ਪੱਕਾ ਯੂਜ਼ ਕਰਨੇ ਹੈ, ਇਹਨਾਂ ਦੀ ਸਮਝ ਅੱਗੇ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਆ ਜਾਊਗੀ। ਅੱਜ ਤੁਹਾਨੂੰ ਸ਼ਾਰਟ ਵਿੱਚ ਇਹ ਪਤਾ ਲੱਗ ਜਾਣਾ ਚਾਹੀਦਾ ਵੀ ਇਹਨਾਂ ਦੀਆਂ ਫੁੱਲ ਫਾਰਮਸ ਕੀ ਹੁੰਦੀਆਂ। ਇੱਕ ਵਰਡ ਮੈਂ ਅੱਗੇ ਹੋਰ ਬਹੁਤ ਵਰਤਿਆ ਕਰਨਾ, ਪਰ ਫਿਰ ਆਪਾਂ ਕੰਮ ਦੀ ਗੱਲ ਸਟਾਰਟ ਕਰਦੇ ਹਾਂ। ਇੱਕ ਵਰਡ ਆਪਾਂ ਅੱਗੇ ਵਰਤਿਆ ਕਰਨਾ C ਡਾਟ। C ਡਾਟ ਕੀ ਹੁੰਦਾ ਬੱਚੋ, C ਡਾਟ ਦਾ ਮਤਲਬ ਹੁੰਦਾ ਸਿਰਕਾ। ਇਹ ਉਹ ਸਿਰਕਾ ਨਹੀਂ ਹੈਗਾ, ਸਮਝ ਗਏ ਤੁਸੀਂ ਕਿਹੜਾ ਕਹਿ ਰਿਹਾ ਮੈਂ। ਇਹ ਸਿਰਕਾ ਮਤਲਬ ਕੀ ਹੈ, ਕਿਉਂਕਿ ਹਿਸਟਰੀ ਹੈ ਯਾਰ, ਹਿਸਟਰੀ। ਅੱਜ ਤੁਸੀਂ ਦੇਖਿਓ ਵੀ ਕਿੰਨਾ ਪੁਰਾਣਾ ਇਤਿਹਾਸ ਆਪਾਂ ਸਟਾਰਟ ਕਰਾਂਗੇ, ਕੋਈ ਲੱਖ BC ਤੋਂ ਆਪਾਂ ਚਰਚਾ ਸਟਾਰਟ ਕਰਾਂਗੇ ਤੇ ਨਿੱਕੇ ਮੋਟੇ 10 20 50 ਸਾਲਾਂ ਨੂੰ ਤਾਂ ਗੌਲਦੇ ਨਹੀਂ ਆਪਾਂ। ਕਈ ਵਾਰ ਤਾਂ ਇੱਕ ਲਾਈਨ ਦੇ ਵਿੱਚ ਹਜ਼ਾਰ ਕੀ ਲੱਖ ਸਾਲ ਟਪਾ ਦਿਆ ਕਰਾਂਗੇ ਆਪਾਂ। ਤਾਂ ਫਿਰ ਉੱਥੇ ਗੱਲ ਕਰਾਂਗੇ ਆਪਾਂ ਅਪਰੋਕਸੀਮੇਸ਼ਨ ਦੀ। ਤਾਂ ਸਿਰਕਾ ਮਤਲਬ ਹੁੰਦਾ ਅਪਰੋਕਸੀਮੇਟਲੀ, ਵੀ ਆਪਾਂ ਕਿਹਾ ਕਰਾਂਗੇ 7ਵੀਂ ਸਦੀ ਦੇ ਆਸ-ਪਾਸ ਜੀ ਆਹ ਕੁਝ ਹੋਇਆ, 8ਵੀਂ ਸਦੀ ਦੇ ਆਸ-ਪਾਸ ਜੀ ਆਹ ਕੁਝ ਹੋਇਆ, ਉਹਨੂੰ ਆਪਾਂ ਬੋਲਦੇ ਹਾਂ ਅਪਰੋਕਸੀਮੇਸ਼ਨ। ਪਰ ਉੱਥੇ ਆਪਾਂ ਅਪਰੋਕਸੀਮੇਟ ਇਹ ਵਰਡ ਨਹੀਂ ਵਰਤਾਂਗੇ, ਆਪਾਂ ਵਰਤਾਂਗੇ C ਡਾਟ, ਇਹਦਾ ਮਤਲਬ ਸਿਰਕਾ। ਸੋ ਟਰਮੀਨੋਲੋਜੀ ਆਪਾਂ ਕਹਿ ਦਈਏ ਬਹੁਤ ਜ਼ਰੂਰੀ ਹੈ ਸਮਝਣੀ। ਇੱਕ ਵਰਡ ਹੁੰਦਾ ਹਿਸਟੋਰੀਆ, ਉੱਥੋਂ ਵਰਡ ਆਪਾਂ ਡਰਾਈਵ ਕੀਤਾ ਹੈ ਹਿਸਟਰੀ। ਉਸ ਨੂੰ ਵਧੀਆ ਬੱਚਿਆਂ ਵਾਲਾ ਪੁਆਇੰਟ ਹੈ ਯਾਰ ਵੀ ਹਿਸਟਰੀ, ਹਿਸਟੋਰੀਕਾ, ਹਿਸਟੋਰੀਆ, ਹੀਰੋਡੋਟਸ, ਇਹ ਸਾਰੇ ਵਰਡ ਕੀ ਹੈ ਤੁਹਾਨੂੰ ਲਿਖਾਈ ਦੇਣਾ ਇੱਕ ਵਾਰੀ ਮੈਂ। ਜਿਹੜਾ ਆਪਣਾ ਹਿਸਟਰੀ ਹੈ ਬੱਚੋ, ਫਾਦਰ ਆਫ ਹਿਸਟਰੀ ਕੌਣ ਹੋਊਗਾ, ਬੜੀ ਚਰਚਾ ਅੱਗੇ ਕਰਨੀ ਆਪਾਂ। ਫਾਦਰ ਆਫ ਹਿਸਟਰੀ ਕੌਣ ਹੈ ਜੀ, ਹੀਰੋਡੋਟਸ। ਇਹ ਵੀ ਇੱਕ ਗ੍ਰੀਕ ਬੰਦਾ ਹੀ ਹੈ, ਇਹ ਵੀ ਗ੍ਰੀਕ ਬੰਦਾ ਹੀ ਹੈ। ਤੇ ਹੀਰੋਡੋਟਸ ਨੇ ਕੀ ਲਿਖੀ ਹੈ, ਇੱਕ ਬੁੱਕ ਲਿਖੀ ਹੈ ਬੱਚੋ। ਉਸ ਬੁੱਕ ਦਾ ਕੀ ਨਾਮ ਹੈ, ਹਿਸਟੋਰੀਕਾ। ਉਸ ਬੁੱਕ ਦਾ ਕੀ ਨਾਮ ਹੈ, ਹਿਸਟੋਰੀਕਾ। ਸੋ ਤਿੰਨੇ ਫੈਕਟ ਥੋੜੇ ਜਿਹੇ ਮਤਲਬ ਕੀ ਹੈ, ਪਹਿਲੀਆਂ ਜੀ ਉਲਝਾਉਣ ਲੱਗ ਗਏ, ਪਰ ਬੇਚਿੰਤ ਹੋ ਜਾਓ, ਬਸ ਉਲਝਣ ਵਾਲਾ ਕੰਮ ਖਤਮ ਹੈ। ਹੁਣ ਆਪਾਂ ਚਰਚਾ ਸਟਾਰਟ ਕਰਦੇ ਹਾਂ। ਗ੍ਰੀਕ ਵਰਡ ਹੈ ਹਿਸਟਰੀ, ਜਿੱਥੋਂ ਆਪਾਂ ਡਰਾਈਵ ਕੀਤਾ ਹੈ ਹਿਸਟੋਰੀਆ ਤੋਂ। ਹੀਰੋਡੋਟਸ ਫਾਦਰ ਆਫ ਹਿਸਟਰੀ ਹੈ, ਇਹਨੇ ਕਿਤਾਬ ਲਿਖੀ ਹੈ ਹਿਸਟੋਰੀਕਾ। ਹਿਸਟੋਰੀਆ ਦਾ ਮਤਲਬ ਕੀ ਹੁੰਦਾ ਹੈ, ਦ ਇਨਫੋਰਮੇਸ਼ਨ ਔਰ ਨੌਲੇਜ ਗੈਦਰਡ ਬਾਈ ਦੀ ਇਨਵੈਸਟੀਗੇਸ਼ਨ। ਸੋ ਇਹ ਮਤਲਬ ਬਰੀਫ ਇੰਟਰੋਡਕਸ਼ਨ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਪਰ ਮੇਨ ਦੀ ਚਰਚਾ ਉਹ ਆਪਣੀ ਕੀ ਹੈ, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਐਂਸ਼ੀਐਂਟ ਹਿਸਟਰੀ। ਹੁਣ ਆਪਾਂ ਕੰਮ ਦੀ ਗੱਲ ਸਟਾਰਟ ਕਰਦੇ ਹਾਂ ਬੱਚੋ। ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਐਂਸ਼ੀਐਂਟ ਹਿਸਟਰੀ। एंशिएंट हिस्ट्री ਹੁਣ ਕੀ ਚੀਜ਼ ਹੈ, प्राचीन भारत। प्राचीन भारत ਇਹਨੂੰ ਆਪਾਂ ਬੱਚੋ ਪੜਨ ਵਾਸਤੇ इसको हम डिवाइड करेंगे 3 कैटेगरीज में। ਇਹਨੂੰ ਬੱਚੋ ਆਪਾਂ डिवाइड ਕਰਾਂਗੇ 3 कैटेगरीज ਦੇ ਵਿੱਚ, ਠੀਕ ਹੈ। ਸਭ ਤੋਂ ਪਹਿਲੀ ਕਿਹੜੀ ਹੋਊਗੀ ਆਪਣੀ, ਪੈਲੀਓਲਿਥਿਕ ਦੀ। ਜਾਂ ਇਹਨੂੰ ਪਹਿਲਾਂ ਆਪਾਂ ਡਿਵਾਈਡ ਐ ਕਰ ਲਓ, ਪਹਿਲਾਂ ਆਪਾਂ ਨੂੰ ਮੇਜਰ ਤੌਰ ਤੇ ਕਰਦੇ ਆਂ। ਪਹਿਲਾ ਆਪਣਾ ਹੁੰਦਾ ਬੱਚੋ ਪ੍ਰੀ ਹਿਸਟੋਰਿਕ ਪੀਰੀਅਡ। ਹਰ ਵਰਡ ਨੂੰ ਬਹੁਤ ਧਿਆਨ ਨਾਲ ਸਮਝਣਾ। ਜਿਹੜੇ ਬੱਚੇ ਨੇ ਮੂਹਰਲੇ 15 ਮਿੰਟ ਕੱਢ ਲਏ ਉਹਨੂੰ ਗਾਹਾਂ ਹਿਸਟਰੀ ਚ ਕੋਈ ਮਾਤ ਦੇ ਹੀ ਨਹੀਂ ਸਕਦਾ। ਮੈਂ ਚੈਲੰਜ ਕਰ ਰਿਹਾ 15 ਮਿੰਟ ਕੱਢਣੇ ਆ ਬਸ। ਪ੍ਰੀ ਹਿਸਟੋਰਿਕ ਪੀਰੀਅਡ ਹੈ। ਫਿਰ ਬੱਚੋ ਦੂਜੇ ਨੰਬਰ ਤੇ ਆਪਣਾ ਆ ਗਿਆ ਜੀ प्रोटो हिस्टोरिक पीरियड है। ते तीजे नंबर ते फिर अपना आ जाऊगा जी हिस्टोरिक पीरियड। तो बहुत ध्यान नाल सुनना बच्चों। पहला है गया प्री हिस्टोरिक पीरियड, फिर अपना है जी प्रोटो हिस्टोरिक पीरियड, ते फिर अपना आ गया जी हिस्टोरिक पीरियड। हुण समझना भी फर्क की है, माड़ा माड़ा की फर्क है। जिहड़ा प्री हिस्टोरिक पीरियड है ये कहंदे जी वो टाइम पीरियड है, ये कहंदे जी ਉਹ ਦੌਰ ਹੈ ਕਿਹੜਾ ਪ੍ਰੀ ਹਿਸਟੋਰਿਕ। ਇਹ ਉਹ ਦੌਰ ਕਹਿ ਦਿੰਦੇ ਆ ਜਿਹਦੇ ਵਿੱਚ ਆਪਣੇ ਕੋਲ ਲਿਖਤੀ ਸਬੂਤ ਨਹੀਂ ਮਿਲਣਗੇ। ਲਿਖਤੀ ਸਬੂਤ ਕਿਉਂ ਨਹੀਂ ਮਿਲੇ? ਕਿਉਂਕਿ ਲਿਖਣ ਦਾ ਚੱਜ ਨਹੀਂ ਸੀ। ਬੜੀ ਸਿੰਪਲ ਜੀ ਗੱਲ ਆ ਯਾਰ। ਇਹ ਉਹ ਦੌਰ ਹੈ ਜਦੋਂ ਆਪਾਂ ਕਹਿ ਦਈਏ ਹਲੇ ਰਾਈਟਿੰਗ ਸਕਿੱਲਸ ਹਿਊਮਨਸ ਦੇ ਵਿੱਚ ਨਹੀਂ ਆਏ। ਇਹ ਕਿਹੜਾ ਦੌਰ ਆ ਬੱਚੋ? ਇਹਨੂੰ ਆਪਾਂ ਬੋਲਦੇ ਆ ਬਿਫੋਰ ਦ ਇਮਰਜੈਂਸ ਆਫ ਰਾਈਟਿੰਗ। ਇਹਨੂੰ ਆਪਾਂ ਕੀ ਬੋਲਦੇ ਆ? ਬਿਫੋਰ ਦ ਇਮਰਜੈਂਸ ਆਫ ਰਾਈਟਿੰਗਸ। ਇਹ ਮਤਲਬ ਲਿਖਤੀ ਦੌਰ ਤੋਂ ਪਹਿਲਾਂ ਵਾਲਾ ਦੌਰ ਹੈ। ਇਹਦਾ ਮਤਲਬ ਫਿਰ ਕੀ ਹੈ? ਇਸ ਪੀਰੀਅਡ ਦੇ ਵਿੱਚ ਫਿਰ ਆਪਾਂ ਨੂੰ ਸਿਰਫ ਕੀ ਮਿਲਣਗੇ ਬੱਚੋ? ਇਸ ਪੀਰੀਅਡ ਦੇ ਵਿੱਚ ਆਪਾਂ ਨੂੰ ਸਿੰਪਲ ਮਿਲਣਗੇ ਫੋਸਿਲਸ। ਫੋਸਿਲਸ ਦਾ ਮਤਲਬ ਬੱਚੋ ਕੀ ਹੁੰਦਾ ਹੈ? ਆਪਾਂ ਨੂੰ ਸਿੰਪਲ ਮਿਲਣਗੇ ਅਵਸ਼ੇਸ਼। ਅਵਸ਼ੇਸ਼ਾਂ ਦੇ ਆਧਾਰ ਤੇ
ਆਪਾਂ ਪ੍ਰੀ ਹਿਸਟੋਰਿਕ ਪੀਰੀਅਡ ਨੂੰ ਪੜਨ ਜਾ ਰਹੇ ਹਾਂ, ਬਾਕੀ ਆਪਾਂ ਬਾਅਦ ਚ ਦੇਖਾਂਗੇ। ਪਰ ਤੁਹਾਨੂੰ ਅੱਜ ਫਿਰ ਵੀ ਮੈਂ ਪ੍ਰੋਪਰ ਮਾੜਾ ਡਿਫਰੈਂਸੀਏਸ਼ਨ ਕਰਦਾ। ਇਹ ਜੀ ਉਹ ਦੌਰ ਹੈ ਜਿਹਦੇ ਵਿੱਚ ਆਪਣੇ ਕੋਲ ਫਿਰ ਕੋਈ ਵੀ ਲਿਖਤੀ ਸਬੂਤ ਨਹੀਂ, ਆਪਣੇ ਕੋਲ ਕੀ ਕਹਾਣੀਆਂ ਨੇ, ਟਰਪਲ ਮਾਰਨੇ ਟਰਪਲ, ਬਟ ਟਰਪਲਾਂ ਮਾਰਨ ਵਾਸਤੇ ਵੀ ਆਪਾਂ ਨੂੰ ਕੀ ਚਾਹੀਦਾ, ਕੋਈ ਬੇਸ ਤਾਂ ਚਾਹੀਦਾ ਹੈ। ਉਹ ਬੇਸ ਆਪਣਾ ਕੀ ਹੋਊਗਾ, ਅਵਿਸ਼ੇਸ਼ ਹੋਣਗੇ, ਕਹਾਣੀਆਂ ਫਿਰ ਆਪਾਂ ਜੋੜ ਲਾਂਗੇ, ਇਹ ਬੜੀ ਗੱਲ ਹੈ। ਫਿਰ ਆ ਜਾਊਗਾ ਬੱਚੋ ਪ੍ਰੋਟੋ ਹਿਸਟੋਰਿਕ ਪੀਰੀਅਡ। ਇਹ ਕਹਿੰਦੇ ਜੀ ਉਹ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਆਪਾਂ ਨੂੰ ਲਿਖਤੀ ਸਬੂਤ ਮਿਲਨੇ ਸਟਾਰਟ ਹੋ ਜਾਣਗੇ, ਆਪਾਂ ਨੂੰ ਰਾਈਟਿੰਗਸ ਮਿਲਣਗੀਆਂ, ਆਪਾਂ ਨੂੰ ਮੋਹਰਾਂ ਮਿਲਣਗੀਆਂ, ਆਪਾਂ ਨੂੰ ਸੀਲਾਂ ਮਿਲਣ ਜਾ ਰਹੀਆਂ, ਸੀਲਸ ਜੀ ਬਚਪਨ 'ਚ ਬਹੁਤ ਪੜਿਆ ਹੋਊਗਾ, ਸਿੰਧੂ ਘਾਟੀ ਦੀਆਂ ਸੀਲਾਂ, ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਸੀਲਸ। ਤੁਹਾਨੂੰ ਪਹਿਲੀ ਹਿੰਟ ਮਿਲ ਗਿਆ, ਇਹਦਾ ਮਤਲਬ ਸਿੰਧੂ ਘਾਟੀ ਸਭਿਅਤਾ, ਇੰਡਸ ਵੈਲੀ ਸਿਵਲਾਈਜੇਸ਼ਨ ਇਹ ਕਿਹੜੀ ਹਿਸਟਰੀ 'ਚ ਫਾਲ ਕਰੂਗੀ, ਆਪਾਂ ਟਿਕਲਾਵਾਂਗੇ ਐਂਸ਼ੀਐਂਟ 'ਚ। ਜੇ ਕੋਈ ਸਵਾਲ ਹੈ ਉਹ ਪੁੱਛਣਗੇ ਕਿਹੜੇ ਪੀਰੀਅਡ 'ਚ, ਆਪਾਂ ਟਿਕਲਾਵਾਂਗੇ ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ। ਬਟ ਚੱਕਰ ਕੀ ਪੈ ਗਿਆ, ਵਾਟ ਇਜ਼ ਦਾ ਝਗਰੀ, ਝਗਰੀ ਇਹ ਪੈ ਗਿਆ ਵੀ ਜਿਹੜੇ ਆਪਾਂ ਨੂੰ ਇਥੋਂ ਲਿਖਤੀ ਸਬੂਤ ਮਿਲੇ ਆ ਬੱਚੋ, ਉਹ ਲਿਖਤੀ ਸਬੂਤ ਆਪਾਂ ਡੀਕੋਡ ਨਹੀਂ ਕਰ ਸਕੇ, ਉਹ ਆਪਾਂ ਪਤਾ ਅੱਜ ਤੱਕ ਵੀ ਨਹੀਂ ਕਰਾ ਸਕੇ ਵੀ ਲਿਖਿਆ ਕੀ ਹੈ, ਘੋਰ ਕੰਡੇ ਕੀ ਹੈ, ਸਮਝ ਹੀ ਨਹੀਂ ਆਇਆ। ਤਾਂ ਹੀ ਤਾਂ ਪੇਪਰਾਂ ਵਾਲੇ ਆਮ ਸਵਾਲ ਕੀ ਪਾ ਦਿੰਦੇ ਆ ਵੀ ਸਿੰਧੂ ਘਾਟੀ ਦੀਆਂ ਜੋ ਮੋਹਰਾਂ ਆਪਾਂ ਨੂੰ ਸੀਲਾਂ ਮਿਲਣਗੀਆਂ ਉਹਦੇ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਉਹਦੇ ਠੋਂਗਣਾ ਮਾਰਨ ਬਹਿ ਜਾਓ, ਆਪਾਂ ਟਿਕਲਾਵਾਂਗੇ ਨਾਟ ਡੈਸੀਫਰਡ। ਅੱਜ ਤੱਕ ਵੀ ਰਿਸਰਚ ਜਾਰੀ ਹੈ, ਨਹੀਂ ਪਤਾ ਲੱਗ ਸਕਿਆ ਬੱਚੋ ਆਪਾਂ ਨੂੰ। ਫਿਰ ਆ ਜਾਂਦਾ ਜੀ ਹਿਸਟੋਰਿਕ ਪੀਰੀਅਡ। ਇਹ ਕਹਿੰਦੇ ਜੀ ਉਹ ਦੌਰ ਹੈ, ਇੱਥੇ ਵੀ ਆਪਾਂ ਨੂੰ ਫੋਸਿਲਸ ਤਾਂ ਮਿਲਣਗੇ, ਅਵਸ਼ੇਸ਼ ਮਿਲਣਗੇ, ਆਪਾਂ ਨੂੰ ਰਿਟਨ ਐਵੀਡੈਂਸ ਸੋਰਸ ਵੀ ਮਿਲਣਗੇ ਤੇ ਉਹਨੂੰ ਆਪਾਂ ਪੜ੍ਹ ਵੀ ਸਕਾਂਗੇ। ਉਹਦੇ ਆਧਾਰ ਤੇ ਫਿਰ ਆਪਣਾ ਮੇਨ ਪੋਰਸ਼ਨ ਸਟਾਰਟ ਹੋ ਜਾਣਾ, ਉਹ ਆਪਣਾ ਬੱਚੋ ਹੋਊਗਾ ਹਿਸਟੋਰਿਕ ਪੀਰੀਅਡ। ਸੋ ਮੈਂ ਕੁਇਕਲੀ ਰਿਵਾਈਂਡ ਕਰਦਾ ਵੀ ਟੇਕਅਪਸ ਕੀ ਹੈ, ਵੀ ਇੱਥੇ ਆਪਾਂ ਨੂੰ ਸਿੰਪਲ ਫੋਸਿਲਸ ਮਿਲਣਗੇ, ਕੋਈ ਰਿਟਨ ਐਵੀਡੈਂਸ ਨਹੀਂ। ਇੱਥੇ ਆਪਾਂ ਨੂੰ ਰਿਟਨ ਐਵੀਡੈਂਸ ਮਿਲੂਗਾ, ਫੋਸਿਲਸ ਹੀ ਮਿਲੂਗਾ, ਬਟ ਪੜ੍ਹ ਨਹੀਂ ਸਕੇ, ਇੱਥੇ ਸਾਰਾ ਕੁਝ ਹੀ ਮਿਲੂਗਾ ਤੇ ਬਲੇਟੀ ਤੁਰੀ ਚੱਲਾਂਗੇ ਆਪਾਂ। ਠੀਕ ਹੈ, ਹੁਣ ਆਪਾਂ ਦੇਖਣਾ ਹੈ ਵੀ ਪਹਿਲਾਂ ਆਪਾਂ ਨੂੰ ਇੰਨਾ ਪੁਰਾਣਾ ਦੌਰ ਵੀ ਕਿਉਂ ਪੜ੍ਹਨਾ ਹੈ, ਇੰਨੇ ਪੰਜਾਬੀ ਚ ਆਪਾਂ ਕਹਿੰਦੇ ਆ ਗੱਪ ਕਿਉਂ ਮਾਰਨੇ ਆ, ਬੜਾ ਘੈਂਟ ਪੀਰੀਅਡ ਹੈ ਬੱਚੋ। ਬਟ ਆਪਾਂ ਪੜ੍ਹਨਾ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਐਂਡ ਆਫ ਦੀ ਡੇ ਕਲਾਸ ਆਪਣੀ ਕਿਸ ਪਰਪਸ ਲਈ ਹੈ, ਪੇਪਰ ਕ੍ਰੈਕ ਕਰਨ ਦੇ ਪਰਪਸ ਲਈ ਹੈ, ਕਿਉਂਕਿ ਆਪਣਾ ਮੇਨ ਕੰਮ ਹੀ ਇਹ ਹੁੰਦਾ ਹੈ ਵੀ ਮੋਸਟ ਰੈਲੀਵੈਂਟ ਪੜੋ, ਬੇਸ਼ੱਕ ਦਿਓ ਕਿੰਨਾ ਮਰਜ਼ੀ ਟੌਪਿਕ ਔਖਾ ਹੋਵੇ, ਕਿੰਨਾ ਮਰਜ਼ੀ ਸੌਖਾ ਹੋਵੇ, ਔਖ ਸੌਖ ਦੇਖ ਕੇ ਕਦੇ ਵੀ ਨਹੀਂ ਪੜੀਦਾ ਹੁੰਦਾ। ਹੁਣ ਸਟਾਰਟ ਕਰਨ ਨੂੰ ਸਿੱਧਾ ਮੈਂ ਇੱਥੇ ਕੀ ਹੈ, ਦਿੱਲੀ ਸੁਲਤਾਨ ਪੀਰੀਅਡ ਸਟਾਰਟ ਕਰਦਾ, ਬੜੀਆਂ ਮੈਂ ਅੱਜ ਹੀ ਛਾਲਾਂ ਚਕਾਦਾ, ਤੁਸੀਂ ਲੜਕਾਰੇ ਮਾਰੋਗੇ ਵੀ ਕਿਆ ਬਾਤ ਆ, ਸਵਾਦ ਹੀ ਆ ਗਿਆ। ਬਟ ਸਵਾਦ ਉਹ ਜਿਹਾ ਆਪਾਂ ਲੈਣਾ ਨਹੀਂ, ਆਪਾਂ ਨੂੰ ਕਲਾਸ 'ਚ ਮਿਲੇ, ਸਵਾਦ ਪੇਪਰ 'ਚ ਆਵੇ, ਉਹ ਅਸਲੀ ਸਵਾਦ ਹੁੰਦਾ। ਚਲੋ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਪ੍ਰੀ ਹਿਸਟੋਰਿਕ ਪੀਰੀਅਡ। ਪ੍ਰੀ ਹਿਸਟੋਰਿਕ ਪੀਰੀਅਡ ਬੱਚੋ ਕੀ ਚੀਜ਼ ਹੈ, ਪ੍ਰੀ ਹਿਸਟੋਰਿਕ ਪੀਰੀਅਡ ਆਪਾਂ ਨੂੰ ਪੜ੍ਹਨਾ ਕਿਉਂ ਜ਼ਰੂਰੀ ਹੈ। ਪਹਿਲੀ ਗੱਲ ਤਾਂ ਅੱਗੇ ਇਸ ਪੀਰੀਅਡ ਨੂੰ ਡਿਵਾਈਡ ਕੀਤਾ ਗਿਆ ਤਿੰਨ ਕੈਟਾਗਰੀਜ਼ ਦੇ ਵਿੱਚ, ਤਿੰਨ ਪੀਰੀਅਡ ਦੇ ਵਿੱਚ ਡਿਵਾਈਡ ਕੀਤਾ ਗਿਆ। ਬਹੁਤ ਧਿਆਨ ਨਾਲ ਸੁਣਨਾ ਤੇ ਸਟਾਰਟਿੰਗ ਮੈਂ ਤੁਹਾਨੂੰ ਕੀ ਕਿਹਾ ਵੀ ਇਤਿਹਾਸ 'ਚ ਕੀ ਮੈਟਰ ਕਰਦੀ ਹੈ, ਕ੍ਰੋਨੋਲੋਜੀ। ਲੈਣੋਂ ਬਾਹਰ ਲਿਖਣਾ ਹੈ, ਮਗਰ ਮੂਰੇ ਨਾ ਕਰ ਦਿਓ, ਕਿਤੇ ਕਹਿ ਦੋ ਵੀ ਚੱਲ ਪਹਿਲਾਂ ਆਹ ਦੀਂਦਾ ਨਹੀਂ, ਪਹਿਲਾਂ ਮੈਂ ਆਹ ਪਾ ਲੈਣਾ, ਕਿੱਡੀ ਕੁ ਗੱਲ ਹੈ। ਲਓ ਵੀ ਮੁੰਡਿਓ, ਪਹਿਲਾਂ ਫਿਰ ਆਪਣਾ ਆ ਗਿਆ ਪੈਲੀਓਲਿਥਿਕ ਪੀਰੀਅਡ, ਫਿਰ ਆਪਣਾ ਆ ਗਿਆ ਜੀ ਮੀਜ਼ੋਲਿਥਿਕ ਪੀਰੀਅਡ, ਬਹੁਤ ਧਿਆਨ ਨਾਲ ਸੁਣਨਾ ਹੈ। ਫਿਰ ਆਪਣਾ ਆ ਗਿਆ ਜੀ ਨੀਓਲਿਥਿਕ ਪੀਰੀਅਡ, ਪੈਲੀਓਲਿਥਿਕ, ਮੀਜ਼ੋਲਿਥਿਕ, ਨੀਓਲਿਥਿਕ। ਚਿੰਤਾ ਨਹੀਂ ਕਰਨੀ, ਐ ਨਾ ਕਰੋ ਵੀ ਸਰ ਆਹ ਕਿੱਥੋਂ ਖਤਰਨਾਕ ਅੱਖਰ ਕੱਢ ਲੇ। ਵੈਸੇ ਕਮਾਲ ਤਾਂ ਇਹ ਹੈ, ਇਹ ਅੱਖਰ 6ਵੀਂ ਕਲਾਸ ਦੇ ਚੈਪਟਰ 1 ਚ ਸਟਾਰਟ ਹੋ ਜਾਂਦੇ ਆ, ਜਿਹੜੇ ਆਪਾਂ ਨੂੰ ਅੱਜ ਦੇਖ ਕੇ ਘਬਰਾਹਟ ਹੋਣ ਲੱਗੀ ਹੋਊਗੀ। ਪੈਲੀਓਲਿਥਿਕ, ਮੀਜ਼ੋਲਿਥਿਕ, ਨੀਓਲਿਥਿਕ, ਤਿੰਨਾਂ ਚ ਇੱਕ ਵਰਡ ਬੱਚੋ ਕਾਮਨ ਹੈ, ਜਿਹਨੂੰ ਵੈਸੇ ਅੰਗਰੇਜ਼ੀ ਚ ਆਪਾਂ ਕਹਿੰਦੇ ਨੇ ਸੁਫਿਕਸ, ਪਰ ਸਿੱਧਾ ਪੰਜਾਬੀ ਚੱਲਣ ਦੇ। ਪਿਛਲੇ ਪਾਸੇ ਦੇਖ ਲਓ, ਆਪਣਾ ਪਿਛਲਾ ਪਾਸਾ ਹੀ ਹੈ ਸੁਫਿਕਸ, ਸੁਫਿਕਸ। ਆ ਦੇਖੋ ਲਿਥਿਕ, ਲਿਥਿਕ, ਲਿਥਿਕ। ਤੇ ਲਿਥਿਕ ਬੱਚੋ ਕੀ ਹੈ, ਇਹਦਾ ਮਤਲਬ ਕੀ ਹੁੰਦਾ ਹੈ, ਵਰਡ ਲਿਥਿਕ ਦਾ ਕੀ ਮਤਲਬ ਹੁੰਦਾ ਹੈ, ਸਟੋਨ। ਇਹਦਾ ਮਤਲਬ ਹੁੰਦਾ ਬੱਚੋ ਪੱਥਰ, ਤਾਂ ਇਹਨੂੰ ਆਪਾਂ ਕੀ ਬੋਲਦੇ ਆ, ਸਟੋਨ ਏਜ ਬੋਲਦੇ ਆ। ਸੋ ਇਹਨੂੰ ਤਿੰਨਾਂ ਨੂੰ ਕੰਬਾਈਨਡ ਆਪਾਂ ਕੀ ਬੋਲਦੇ ਆ, ਆਪਾਂ ਟਿਕ ਲਾਵਾਂਗੇ ਜੀ ਸਟੋਨ ਏਜ। ਤੇ ਸਟੋਨ ਏਜ ਪਹਿਲਾਂ ਮਾੜੀ ਆਪਾਂ ਫੈਕਚੁਅਲ ਗੱਲ ਵੀ ਕਰ ਲਈਏ, ਫਿਰ ਆਪਾਂ ਨੂੰ ਇਲੈਬੋਰੇਟ ਕਰਦੇ ਆ। ਜੋ ਸਟੋਨ ਏਜ ਆ ਬੱਚੋ, ਸਟੋਨ ਏਜ वर्ड पहली बार यूज किने किया, किने दिता, लिख के रख लो। वर्ड स्टोन एज गिवन बाय, वर्ड स्टोन एज इज गिवन बाय क्रिश्चियन थॉमसन। वर्ड स्टोन एज इज गिवन बाय क्रिश्चियन थॉमसन।
ਡੈਨਮਾਰਕ ਦੀ ਪਰਸਨੈਲਿਟੀ ਹੈ। ਅਸਲ ਦੇ ਵਿੱਚ ਯਾਰ ਇਹ ਬੰਦੇ ਨੇ ਦਿੱਤਾ ਸਾਰਾ ਆਪਣਾ ਏਜ ਸਿਸਟਮ, ਜਿਵੇਂ ਆਪਾਂ ਆ ਪੱਥਰ ਯੁੱਗ ਹੈ, ਕਾਪਰ ਯੁੱਗ, ਬ੍ਰੌਂਜ ਏਜ ਪੜ੍ਹਦੇ ਸੀ, ਬ੍ਰੌਂਜ ਏਜ, ਆਇਰਨ ਏਜ, ਇਹ ਸਾਰੀਆਂ ਏਜਾਂ ਦਿੱਤੀਆਂ ਇਸ ਬੰਦੇ ਨੇ, ਕਿਹਨੇ? ਕ੍ਰਿਸਚੀਅਨ ਥਾਮਸਨ ਨੇ। ਸੋ ਆਪਾਂ ਵਿਦਆਊਟ ਵੇਸਟਿੰਗ ਟਾਈਮ ਹੁਣ ਫਿਰ ਆਪਾਂ ਬੱਚੋ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੈਲੀਓਲਿਥਿਕ ਪੀਰੀਅਡ। ਹੁਣ ਇਹਨੂੰ ਵੀ ਆਪਾਂ ਵੱਖ-ਵੱਖ ਤਰੀਕੇ ਨਾਲ ਪੜ੍ਹਨਾ ਹੈ ਤੇ ਬਹੁਤ ਧਿਆਨ ਨਾਲ ਸੁਣਨਾ ਬੱਚੋ। ਪੈਲੀਓਲਿਥਿਕ ਪੀਰੀਅਡ ਇਹ ਕਹਿੰਦੇ ਜੀ ਉਹ ਦੌਰ ਹੈ ਜਦੋਂ ਕਹਿੰਦੇ ਬੰਦੇ ਦੀ ਟਰਾਂਸਫੋਰਮੇਸ਼ਨ ਹੋ ਰਹੀ ਹੈ। ਹੁਣ ਸੋਚੋਗੇ ਬੰਦੇ ਦੀ ਟਰਾਂਸਫੋਰਮੇਸ਼ਨ ਹੋ ਰਹੀ ਹੈ, ਬੰਦੇ ਟਰਾਂਸਫੋਰਮੇਸ਼ਨ ਹੋ ਰਹੀ, ਸਿੱਧਾ ਪਿਓਰ ਪੰਜਾਬੀ ਚ ਬਾਂਦਰ ਤੋਂ, ਬੰਦਾ ਬਾਂਦਰ ਤੋਂ ਮਨੁੱਖ ਬਣਨ ਜਾ ਰਿਹਾ ਹੈ, ਇਹ ਉਹ ਦੌਰ ਮੰਨਿਆ ਗਿਆ ਹੈ। ਮਤਲਬ ਬੰਦਾ ਬਣ ਜੂ ਜਦੋਂ ਨੂੰ ਆਪਾਂ ਪੈਲੀਓਲਿਥਿਕ ਪੀਰੀਅਡ ਖਤਮ ਕਰਾਂਗੇ। ਬਟ ਮੈਨੂੰ ਪਤਾ ਦਿਮਾਗ ਚ ਕੀ ਆ ਗਿਆ, ਸਰ ਜੀ ਕਿੰਨਾ ਪੀਰੀਅਡ, ਕਿਹੜਾ ਪੀਰੀਅਡ ਹੈ? ਆਮ ਤੌਰ ਤੇ ਜਿਹੜਾ ਪੈਲੀਓਲਿਥਿਕ ਪੀਰੀਅਡ ਆ ਬੱਚੋ ਇਹ ਚੱਲਦਾ ਆਪਣਾ 2.5 ਲੱਖ BC। ਤੁਹਾਨੂੰ ਇੰਨੀ ਵਾਰ ਦੱਸ ਦੇਣਾ ਮੈਂ, BC ਚ ਗਿਣਤੀ ਚੱਲਦੀ ਹੈ ਪੁੱਠੀ, BC ਚ ਗਿਣਤੀ ਚੱਲਦੀ ਹੈ ਪੁੱਠੀ। 2.5 ਲੱਖ BC ਤੋਂ 10,000 BC ਤੱਕ, 2.5 ਤੋਂ 10,000 BC। ਤੇ ਮੀਜ਼ੋਲਿਥਿਕ ਬੱਚੋ ਕੀ ਚੱਲਦਾ ਹੈ? ਇਹ ਆਪਾਂ ਟਿਕ ਲਾਵਾਂਗੇ ਜੀ 10,000 ਤੋਂ 8,000 BC। ਤੇ ਨੀਓਲਿਥਿਕ ਬੱਚੋ ਕੀ ਚੱਲਦਾ ਹੈ? ਤਾਂ ਆਪਾਂ ਟਿਕ ਲਾਵਾਂਗੇ 8 ਤੋਂ 2500 BC। ਤੁਹਾਨੂੰ ਪਤਾ ਹੀ ਹੈ। ਫਿਰ ਇਦੋਂ ਬਾਅਦ ਫਿਰ ਕੀ ਚੱਲ ਪੈਣਾ ਬੱਚੋ? ਸਿੰਧੂ ਘਾਟੀ ਸਭਿਅਤਾ ਚਲਾਵਾਂਗੇ ਆਪਾਂ, ਦਿਮਾਗ 'ਚ ਸਟੋਰੀ ਫਿੱਟ ਕਰ ਦਾਂਗੇ। 3 ਕਲਾਸਾਂ ਲਾਉਣ ਤੋਂ ਬਾਅਦ ਕੱਲਾ ਤੁਹਾਨੂੰ ਸਮਝ ਨਹੀਂ ਆਊਗਾ, ਮੈਂ ਕਹਿਣਾ ਅੱਗੇ ਕਿਹਨੂੰ ਮਰਜ਼ੀ ਪੜ੍ਹਾ ਦਿਓ, ਸਭ ਟੀਚਰ ਬਣ ਜਾਓਗੇ, ਬਟ ਹੌਸਲਾ ਤੇ ਪੇਸ਼ੈਂਸ ਰੱਖਣਾ ਬਸ, ਠੀਕ ਹੈ ਨਾ। 2.5 ਲੱਖ BC ਪਹਿਲੀ ਗੱਲ ਤਾਂ ਵਿਦਆਊਟ ਐਨੀ ਡਾਊਟ ਕਲੀਅਰਲੀ ਆਪਾਂ ਨੂੰ ਪਤਾ ਲੱਗ ਗਿਆ। ਜੇਕਰ ਪੁੱਛਿਆ ਸਭ ਤੋਂ ਵੱਡਾ ਦੌਰ ਕਿਹੜਾ ਤਾਂ ਕਲੀਅਰਲੀ ਕਿਹੜਾ ਹੈ? ਪੈਲੀਓਲਿਥਿਕ ਹੈ। ਬੇਸ਼ੱਕ ਜੇ ਆਪਾਂ ਕਈ ਕਿਤਾਬਾਂ 2 ਲੱਖ ਪੇ ਲਿਖਿਆ 2 ਲੱਖ ਮੰਨ ਲਓ, ਕਈ ਕਿਤਾਬਾਂ ਤੇ 5 ਲੱਖ ਮੈਂ ਫਿਰ ਤਾਂ ਕਲੀਅਰ ਹੀ ਹੈ। ਜੇ ਮੈਂ ਕਹਿੰਦਾ ਲੱਖ ਲਿਖ ਦੇਣ ਕੱਲਾ ਫਿਰ ਵੀ ਕਲੀਅਰ ਹੈ, ਸਮਝ ਗਏ। ਹੁਣ ਆਪਾਂ ਹੋਰ ਪੜ੍ਹਦੇ ਹਾਂ ਪੈਲੀਓਲਿਥਿਕ ਪੀਰੀਅਡ ਚੀਜ਼ ਕੀ ਹੈ। ਕਹਿੰਦੇ ਜੀ ਇਹ ਉਹ ਟਾਈਮ ਪੀਰੀਅਡ ਹੈ, ਕਹਿੰਦੇ ਜਦੋਂ ਬੰਦਾ ਧਰਤੀ ਤੇ ਪਹਿਲੀ ਵਾਰ ਆਇਆ ਹੈ। ਸੋ ਬੰਦਾ ਧਰਤੀ ਤੇ ਪਹਿਲੀ ਵਾਰ ਆਇਆ ਮਤਲਬ ਬੰਦਾ ਬੇਸੂਹਾ ਬੰਦਾ ਹੈ, ਬੰਦਾ ਪਾਗਲ ਹੈ। ਪਾਗਲ ਇਨ ਦੀ ਸੈਂਸ ਉਹਨੂੰ ਪਤਾ ਹੀ ਨਹੀਂ ਮੇਰੇ ਦਿਮਾਗ ਵੀ ਲੱਗਿਆ, ਉਹਨੂੰ ਪਤਾ ਹੀ ਨਹੀਂ ਵੀ ਮੈਂ ਕੋਈ ਕੰਮਕਾਰ ਵੀ ਕਰਨਾ ਹੈ। ਇਹ ਟੈਨਸ਼ਨਲੈਸ ਬੰਦਾ ਹੈ, ਕੋਈ ਦਿਮਾਗ ਤੇ ਬੋਝ ਨਹੀਂ ਹੈਗਾ, ਕੋਈ ਉਹਨੂੰ ਵੋਟਾਂ ਦੀ ਟੈਨਸ਼ਨ ਨਹੀਂ, ਕੋਈ ਉਹਨੂੰ ਆਏ ਨਹੀਂ ਵੀ ਹੁਣ ਅੱਗੇ ਮੇਰਾ ਫਿਊਚਰ ਕੀ ਹੋਣਾ, ਕੋਈ ਘਰ ਨਹੀਂ, ਬਾਹਰ ਨਹੀਂ, ਦੇਸ਼ ਨਹੀਂ, ਮੁਲਕ ਨਹੀਂ, ਟੈਨਸ਼ਨਲੈਸ ਬੰਦਾ। ਕੋਈ ਉਹਨੂੰ ਵੈਕੈਂਸੀਆਂ ਆਈ ਨਹੀਂ ਟੈਨਸ਼ਨ ਵੀ ਹਾਏ ਰੱਬਾ ਪੇਪਰ ਆਊਗਾ ਕਿ ਨਾ ਆਊਗਾ, ਪੇਪਰ ਪਤਾ ਨਹੀਂ ਕਦੋਂ ਆਊਗਾ, ਪੇਪਰ ਕਿਤੇ ਕਹਿੰਦੇ ਆ ਇਦਾਂ ਆਊਗਾ, ਪੇਪਰ ਕਿਤੇ ਕਹਿੰਦੇ ਆ ਪੋਸਟਪੋਨ ਹੋ ਗਿਆ। ਕੋਈ ਟੈਨਸ਼ਨਲੈਸ ਬੰਦਾ ਜ਼ਿੰਦਗੀ ਦੇ ਸਵਾਦ ਲੈਂਦਾ, ਬੁੱਲੇ ਲੁੱਟਦਾ। ਉਹ ਟਾਈਮ ਪੀਰੀਅਡ ਹੈ ਪੈਲੀਓਲਿਥਿਕ। ਇੱਥੇ ਬੰਦੇ ਨੂੰ ਕੱਖ ਨਹੀਂ ਪਤਾ, ਇੱਥੇ ਬੰਦੇ ਨੂੰ ਬੱਚੋ ਕੀ ਹੈ? ਕੱਖ ਨਹੀਂ ਪਤਾ। ਬਟ ਇਹਨੂੰ ਆਪਾਂ ਅੱਗੇ ਹੁਣ ਇਲੈਬੋਰੇਟਿਵ ਤਰੀਕੇ ਨਾਲ ਪੜ੍ਹਨਾ ਹੈ ਪੇਪਰ ਦੇ ਅਕੋਰਡਿੰਗ। ਬਟ ਇਹਨੂੰ ਪੇਪਰ ਸਿੰਪਲ ਆਪਾਂ ਕੀ ਹੈ ਡਿਫਾਈਨ ਕਰ ਦੇਗੇ। ਦੇਖੋ ਇਨ ਦਿਸ ਪੀਰੀਅਡ, ਇਨ ਦਿਸ ਪੀਰੀਅਡ ਇਹ ਉਹ ਦੌਰ ਆ ਬੱਚੋ। in this period comma man has, in this period man has no knowledge। ਇੱਥੇ ਬੰਦੇ ਨੂੰ ਕੋਈ knowledge ਨਹੀਂ, ਕੋਈ ਅਕਲ ਨਹੀਂ, ਕੋਈ ਵਾਸਤਾ ਨਹੀਂ, ਬਸ ਤੁਰਿਆ ਫਿਰਦਾ ਵਿਚਾਰਾ ਪਾਗਲਾਂ ਨੂੰ। ਉਹ ਵੀ ਕਾਰਨ ਹੈ ਤੁਰਿਆ ਕਿਉਂ ਫਿਰਦਾ ਦੇਖਾਂਗੇ ਆਪਾਂ, ਕਿਉਂਕਿ ਕਿਹੜਾ ਦੌਰ ਹੈ ਇੱਥੇ ਬੰਦਾ ਅੱਜ ਇੱਥੇ ਹੈ, ਫਿਰ ਇੱਥੇ ਹੈ, ਫਿਰ ਇੱਥੇ ਹੈ, ਫਿਰ ਇੱਥੇ ਹੈ, ਫਿਰ ਇੱਥੇ ਹੈ। ਇਹ ਬੰਦਾ ਭਟਕਦਾ ਫਿਰੂਗਾ, ਭਟਕਦਾ ਫਿਰੂਗਾ ਕਿਹਦੀ ਤਲਾਸ਼ ਦੇ ਵਿੱਚ? ਫੂਡ, ਖਾਣਾ। ਢਿੱਡ ਸੇਕ ਮਾਰਦਾ, ਸੇਕ ਨਿਕਲਣ ਲੱਗ ਜਾਂਦਾ ਹੈ। ਜੇ ਅੱਧਾ ਘੰਟਾ ਰੋਟੀ ਦਾ ਟਾਈਮ ਟੱਪ ਜੇ ਨਾ ਬੰਦਾ ਭਾਂਡੇ ਭੰਨਣ ਤੱਕ ਜਾਂਦਾ ਹੈ। ਉਹ ਸਾਰਾ ਪੜਾਂਗੇ ਆਪਾਂ। ਇਨ ਦਿਸ ਪੀਰੀਅਡ ਮੈਨ ਹੈਜ਼ ਨੋ ਨੌਲੇਜ ਆਫ ਐਨੀਥਿੰਗ, ਕੁਛ ਨਹੀਂ ਪਤਾ ਬੰਦੇ ਨੂੰ। ਮੈਨ ਹੈਜ਼ ਨੋ ਨੌਲੇਜ ਆਫ ਐਨੀਥਿੰਗ ਕਮਾ ਨੋ ਫੈਮਿਲੀ ਲਾਈਫ, ਕੋਈ ਬੰਦੇ ਦੀ ਫੈਮਿਲੀ ਲਾਈਫ ਨਹੀਂ, ਕੋਈ ਘਰ ਨਹੀਂ, ਕੋਈ ਵਾਰ ਨਹੀਂ। ਤੁਹਾਨੂੰ ਮੈਂ ਇੱਥੇ ਵਿੱਚ ਦੀ ਗੱਲ ਦੱਸੂਗਾ, ਅਸਲ 'ਚ ਹਲੇ ਬੰਦਾ ਬਣਿਆ ਹੀ ਨਹੀਂ ਇੱਥੇ। ਜਿਵੇਂ ਅੱਜ ਤੁਹਾਡੇ ਸਾਹਮਣੇ ਆ ਬਣਿਆ ਤਾਂ ਨਾ ਬੰਦਾ ਖੜਾ ਨਾ, ਹੋਮੋਸੇਪੀਅਨ ਕਹਿੰਦੇ ਆ ਮੈਨੂੰ, ਤੁਹਾਨੂੰ ਵੀ ਹੋਮੋਸੇਪੀਅਨ ਕਹਿੰਦੇ ਆ। ਅਸਲ 'ਚ ਬਣੇ ਹੀ ਨਹੀਂ ਇੱਥੇ। ਤੁਹਾਨੂੰ ਉਹ ਗੱਲ ਦੱਸੂਗਾ ਨਵੀਂ ਚੀਜ਼ ਕੀ ਹੈ। ਮੈਨ ਹੈਜ਼ ਨੋ ਨੌਲੇਜ ਆਫ ਐਨੀਥਿੰਗ ਕਮਾ ਨੋ ਫੈਮਿਲੀ ਲਾਈਫ। ਤੇ ਲਾਈਫ ਕੀ ਹੈ? ਲਾਈਫ ਬੰਦੇ ਦੀ ਪਾਗਲਾਂ ਵਾਂਗੂ ਤੁਰਿਆ ਫਿਰਦਾ ਹੈ, ਅੱਜ ਕਿਤੇ ਫਿਰ ਕਿਤੇ ਫਿਰ ਕਿਤੇ। ਲਾਈਫ ਇਜ਼ ਰੋਮਿੰਗ, ਬਸ ਲਾਈਫ ਇਜ਼ ਰੋਮਿੰਗ ਫਰੋਮ one place to another। Life is roaming from one place to another। क्यों? In search of food, in search of food, in search of food। ਤੇ food ਫਿਰ ਕਿਵੇਂ ਕਰੂਗਾ?
फूड कोई ऐ तो हुण दिमाग च कदे लो भी बंदा इत्थे है पर इत्थे है भी इत्थे KFC खुला है इत्थे मैकडोनल्ड है इत्थे गां सबवे वालियां दे वग गया हुण फूड की है शिकार बंदे दे इत्थे आपां आ देखो बंदा इत्थे की है स्टोन एज है आ तिन्ने की है पत्थर युग है इत्थे बंदे आसे पासे की है पत्थर है तां बंदे ने जिंदगी च पहली बार की वरत्या पत्थर वरत्या बंदे ने आपदियां लोड़ां पूरीਆਂ ਕਰਨ ਵਾਸਤੇ ਵਰਤਿਆ ਕੀ ਹੈ ਪੱਥਰ ਇਹ ਪੱਥਰ ਯੁੱਗ ਹੈ ਇੱਥੇ ਬੰਦੇ ਨੂੰ ਕੋਈ ਮੈਟਲ ਦਾ ਨਹੀਂ ਪਤਾ ਕੋਈ ਉਹਨੂੰ ਹਥਿਆਰਾਂ ਦਾ ਨਹੀਂ ਪਤਾ ਕੋਈ ਕੁਛ ਨਹੀਂ ਪਤਾ ਬੰਦੇ ਨੂੰ ਯਾਰ ਉਹਦੇ ਆਸੇ ਪਾਸੇ ਪੱਥਰ ਹੈ ਪਰ ਇੱਕ ਕੰਮ ਜਾਣਦਾ ਵੀ ਪੱਥਰ ਬਣਿਆ ਤਣਿਆ ਜਿਵੇਂ ਮਿਲ ਗਿਆ ਮੰਨ ਲਓ ਆ ਪਿਆ ਡੱਬਾ ਮੇਰੇ ਕੋਲੇ ਆ ਡੱਬਾ ਮਿਲ ਗਿਆ ਆ ਠੋਕਿਆ ਡੱਬਾ ਚੱਕ ਕੇ ਬਸ ਕਿਹਦੇ ਜਾਨਵਰ ਦੇ ਮਾਰਤਾ ਬਲੇਡਤਾ ਖਾ ਗਿਆ मतलब बंदा की करता है शिकार करता है ते पेट पूजा होगी बस ओदी आ लिख के रख लो एंड आ सब तो खास गल है एंड लिव्ड ऑन हंटिंग बंदा करता है शिकार बंदा बच्चों की करता है शिकार करता है सो पैलियोलिथिक पीरियड दा सब तो जिस ਨੂੰ ਪੁੱਛਿਆ ਮੇਨ ਫੀਚਰ ਕਿਹੜਾ ਹੈ ਤਾਂ ਆਪਾਂ ਟਿਕ ਲਾਵਾਂਗੇ शिकार ਆਪਾਂ ਵਿੱਚ ਕੀ ਟਿਕ ਲਾਵਾਂਗੇ शिकार ਕਰਦਾ ਹੈ दूजी गल ये लोग एक जगह तो नहीं रहंदे मैं तुहानू की कहा इन्हों इन सर्च ऑफ फूड एक जगह तो दूजी जगह जाना पैंदा सी तां करके इस पीपल को हम क्या बोलते हैं नोमैड्स ये टर्म बहुत ध्यान ना सुननी है लेके रख लो these people were called nomads these people were called नोमैड्स ते नोमैड्स आपां किहनू कहने आ बच्चों नोमैड्स आपां उन्हां लोकां नू कहने आ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਦੇ ਆ ਉਹਨੂੰ ਆਪਾਂ ਕੀ ਬੋਲਦੇ ਆ ਨੋਮੈਡਸ ਸੋ ਨੋਮੈਡਸ ਦਾ ਕੀ ਮਤਲਬ ਹੁੰਦਾ ਹੈ which moves from one place to another बट हुण ध्यान नाल समझना है जेड़े कि फैक्ट बहुत ही इंपॉर्टेंट है फॉर दी अपकमिंग एग्जाम्स बहुत ध्यान नाल सुनना है जेड़ा बच्चा अपना पैलियोलिथिक दा दौर है असल दे विच मैं तुहानू की कहा है भी इत्थे बंदा पहली बार धरती ते आया है बट परफेक्ट बंदा नहीं बनिया एग्जाम्पल है अपने घरे बच्चा जन्म लैंदा है कि बच्चा जन्म लैण सार वो सारियां हरकतां करन लग जांदा है नहीं वो साल तां पतंदर सुत्ता ही रहिंदा लप्पिया है कुछ ही नहीं करता जो 2 साल माड़ी मोटी हलचल करन लगदा बच्चा वो की करदा है वो तो वड्डी चीज चक्की नहीं आंदी वो हत्थ 'च बस आपदे जवाक इंज करी जांदा जे आपां इत्थों दे बेड ते ढाला रख दईए वो एंड रख दईए कि बच्चा वो ढाला चक लू जम्मा नहीं चक सकदा वो ढाले बस इंज करी जाऊगा इंज वो ढाला चक्या नहीं आना क्यों बिकॉज ओहदे हत्थ पैर ब्रेन हले फुली डिवेलपड नहीं होए हजे ओहदे लां डिग्गी जांदियां अब भालन ढाला चक लूगा ढाले चकूगा वड्डा होण दिओ वो तां पैसे जेबां चों कड्डूगा गल्लां ही करदे हो बट ओनू मैच्योरिटी ते टाइम तां लगूगा ना भी बंदा हले बच्चा मैच्योर नहीं हो रहा हुण ध्यान नाल सुनना है भी जेड़े इत्थे बंदे ने पत्थर यूज कीते है ओनू पत्थर जिवें बणिया तणिया वड्डा पत्थर जिवें मिल गया वड्डा उन्हें उवें चक के जानवर दे ठोकिया तुसीं कहोगे सर नवीं गल यही है भी उत्थे बंदे ने हार्ड रॉक यूज किया बनिया तनिया ਉਹਨੂੰ कोई पॉलिश नहीं किया पॉलिश मतलब ਉਹਨੂੰ कोई तिखा नहीं किया कोई घटिया नहीं क्योंकि छोटी चीज बंदे दे हत्थ च ही नहीं आई छोटी चीज बंदे दे हत्थ च आई नहीं ਉਹਨੂੰ बने वो संद कित्थे बना लूगा वो तीर कमान किवें बना लूगा हले तो दिमाग डिवेलप ही नहीं होया हले तो ये डिवेलपमेंटल स्टेज नहीं पता अगे वंडांगे आपां बट तुसीं की याद रखना है भी ਇਹ ਲੋਕਾਂ ਨੂੰ ਆਪਾਂ यूज करते हैं क्वार्टजाइट पीपल आ वर्ड आप यूज करते हैं क्वार्टजाइट पत्थर हुंदा है रॉक्स दी ना ज्योग्राफी च अपन टाइप्स हुंदियां जिवें इग्नियस रॉक्स किहड़े हुंदे है मेटामॉर्फिक रॉक हो गए सेडिमेंटरी रॉक्स हो गए इत्थे लिख के रखो these people used hard rocks भी जिमें बनिया तनिया पत्थर मिल गया इन्हां ने भाई वरत लिया used hard rocks called क्वार्टजाइट बच्चों एक मेटामॉर्फिक रॉक है ताही तां इन्हां लोकां नूं की कह दिंदे हैं क्वार्टजाइट मैन कह दिंदे हैं की कह दिंदे बच्चों क्वार्टजाइट मैन ਉਹਦਾ ਮੇਨ ਕਾਰਨ ਕੀ ਹੈ
वैसे वरत्या नहीं मजबूरी च है, क्योंकि बंदा हले मैच्योर होए नहीं, हजे भी ਉਹਦੇ ਕੁੱਬ ਪਿਆ ਹੋਇਆ ਹੈ। समझ मेरे कुੱਬ मैं किवें कह रहा है। सुन मैं अगली क्लास च ना एक फोटो दिखाऊंगा पूरी एवोल्यूशन स्टेज, जिवें होमो इरेक्टस, होमो सेपियंस, ਅੱਜ ਆਪਾਂ होमो सेपियन है, होमो इरेक्टस थोड़े ਜਿਹੇ ਹਲੇ ਐ ਸੀ ਕੁੱਬੇ ਜਿਹੇ ਸੀਗੇ ਹਜੇ, ਉਦੋਂ ਪਿਛਲੇ ਜਿਹੜੇ ਆਪਾਂ ਉਹਨਾਂ ਦੇ ਪੂਛ ਵਗੈਰਾ ਵੀ ਸੀਗੀ। ਇਹ ਸਾਰਾ ਕੁਝ ਆਪਾਂ ਦੇਖਾਂਗੇ। ਹਲੇ ਤਾਂ ਉਹ ਦੌਰ ਚੱਲੀ ਜਾਂਦਾ ਹੈ, ਹਜੇ ਤਾਂ ਬੰਦਾ ਮੈਚੁਰ ਹੋਈ ਨਹੀਂ, ਤਾਂ ਹੀ ਤਾਂ ਉਹ ਕੀ ਵਰਤ ਰਿਹਾ ਹੈ, ਹਾਰਡ ਰੌਕ ਵਰਤ ਰਿਹਾ, ਹਾਰਡ ਰੌਕ ਵਰਤ ਰਿਹਾ ਹੈ। ਸੋ ਸਾਰੇ ਪੁਆਇੰਟ ਇਹ ਪੈਲੀਓਲਿਥਿਕ ਦੇ ਆਪਾਂ ਰੱਖਣੇ ਹੈ ਯਾਦ। ਪਰ ਆਪਾਂ ਹੁਣ ਇਹਨੂੰ ਡਿਵਾਈਡ ਕਰਨਾ ਹੈ ਤਿੰਨ ਕੈਟਾਗਰੀਜ਼ ਦੇ ਵਿੱਚ। ਉਹ ਕਾਰਨ ਕੀ ਹੈ, ਸਿੰਪਲ ਹੀ ਕਰਨਾ ਹੈ, ਕਿਉਂਕਿ ਅੱਗੇ ਐਗਜ਼ਾਮੀਨਰ ਨੇ ਕੀ ਸਵਾਲ ਔਖਾ ਪਾ ਦੇਣਾ ਹੈ ਵੀ ਪਤਾ ਲੱਗ ਗਿਆ ਸਾਨੂੰ, ਠੀਕ ਹੈ, ਵੀ ਪੈਲੀਓਲਿਥਿਕ ਦੌਰ ਸਭ ਤੋਂ ਵੱਡਾ ਹੈ। ਉਹਨੇ ਪੁੱਛਿਆ ਵੀ ਪੈਲੀਓਲਿਥਿਕ ਦੇ ਵਿੱਚ ਸਭ ਤੋਂ ਵੱਡਾ ਕਿਹੜਾ ਦੌਰ ਹੈ, ਲਿਖ ਕੇ ਰੱਖ ਲਓ। ਇਟ ਇਜ਼ ਫਰਦਰ divided, it is further divided into three parts ਨਾ ਪਾਓ, periods ਹੀ ਪਾ ਲਓ। ਉਹ ਤਿੰਨ periods ਬੱਚੋ ਕਿਹੜੇ ਹੈ, ਅਪਰ ਪੈਲੀਓਲਿਥਿਕ, ਇਹਨੂੰ ਐ ਵੰਡਣਗੇ ਤੇ ਪੇਪਰ ਚ ਹੁਣ ਕਹਾਂ ਆ ਪੁੱਛਣ ਲੱਗ ਗਏ, ਇਹਨੂੰ ਕੀ बोलेंगे ਆਪਾਂ, अपर पैलियोलिथिक, इसको हम बोलेंगे बच्चों अपर पैलियोलिथिक। ਤੁਸੀਂ ਆਨੇ ਕਹੋ ਸਰ ਜੀ ਆਖਰ ਕਿੱਥੋਂ ਜਾਂਦੇ ਆ, ਇਹ ਵੀ ਅਸਲ ਤੇ ਗ੍ਰੀਕ ਭਾਸ਼ਾ ਦੇ ਵਰਡ ਹੈ। ਇਹ ਤਾਂ ਸਮਝ ਲਓ ਵੀ ਆਪਣੇ ਪਿੰਡ ਵਾਲਾ ਪਾਲਾ ਹੈ, ਵੀ ਆਪਣੇ ਪਿੰਡ ਵਾਲਾ ਪਾਲਾ ਇਹਦੇ ਕਾਬੇ ਦੇ ਕੋਲ ਕੱਖ ਨਹੀਂ, ਊਂ ਤੇਰਾ ਫਿਰਦਾ ਪਾਗਲਾਂ ਨੂੰ। ਪੈਲੀਓ ਮਤਲਬ ਹੁੰਦਾ 올ਡ, ਇਹਦਾ ਮਤਲਬ ਕੀ ਹੁੰਦਾ ਦੱਸਣਾ ਵੈਸੇ ਮੈਂ। ਪੈਲੀਓਲਿਥਿਕ ਕੀ ਹੈ, 올ਡ ਸਟੋਨ ਏਜ। ਫਿਰ ਅੱਗੇ ਪੜਾਂਗੇ ਮੀਜ਼ੋਲਿਥਿਕ, मिडल स्टोन एज, नियोलिथिक, न्यू स्टोन एज, आगे देखेंगे ना। अपर पैलियोलिथिक पीरियड है बच्चों, फिर अपना आ जाऊगा मिडल पैलियोलिथिक पीरियड, ते फिर अपना की आऊगा जी लोअर पैलियोलिथिक पीरियड। समझ गए, थोड़ा लोअर पैलियोलिथिक पीरियड है, ये चलता अपना फिर भाई 2.5 लाख BC तो लैके 50,000 BC। समझने लोअर होंगे, जो आप खुदाई करांगे, आप उत्तों खुदाई करी वो तो अपर ही हो गया, वो तो नवा दौर हो गया, पट्टी के फिर जमा तुर तक जावांगे आप, उदों फिर वो लोअर हो गया, ता थल्ले किते ना को सर ने उल्टा लिखाता। समझे मेरी गल। फिर अपना मिडल आ गया, मिडल की हुंदा बच्चों 50,000 to 40,000 BC, ये भी चीज फिर आप याद रखनी है। फिर अपना बच्चों अपर आ गया, अपर अपना फिर आ गया जी अगे 40 to 10,000 BC। हुण सोनू मैं इत्थे 10,000 पा लियो। हुण सोनू मैं दसदा मेन की चीज है, असल च बंदा इधर नूं जा रहा है, इत्थे बंदा जमी पागल है, उन्हें तुरा फिरदा पागल, कख नहीं पता, कोई नॉलेज नहीं, कोई लैन नहीं, कोई दे नहीं, बंदा डेवलप हो रहा। जदों इहनूं आपां 10,000 BC ते पावांगे, अज दा मनुख बन गया होमो सेपियंस, मैन धरती ते आ चुके है। तां कह दिंदे है भी पैलियोलिथिक पीरियड वो दौर है जो बंदा धरती ते पहली बार आया है। बट 2.5 लाख BC नूं ना मन लियो, 10,000 BC दे आस-पास, मतलब अपर पैलियोलिथिक 40 to 10 विचकार सही बढ़िया फुल फ्लैज है बंदा तैयार हो गया। बंदा हुण वरतूगा दिमाग, हुण वरतूगा हथ पैर। अगला फिर किहड़ा दौर है, मीजोलिथिक। हुण याद रखना बच्चों, इन्हां विचों सब तो वड्डा किहड़ा दौर है, आपां टिक लावांगे लोअर पैलियोलिथिक है। ओवरऑल किहड़ा वड्डा दौर है, आपां टिक लावांगे पैलियोलिथिक है। ते नाल फिर भी याद रख लो भी पैलियोलिथिक नूं की बोलांगे, ओल्ड स्टोन एज। हुण बन गई गल, ये ओल्ड स्टोन एज है। मीजोलिथिक नूं की बोलांगे, ये अपना बच्चों मिडल स्टोन एज है, इसको हम बोलेंगे मिडल स्टोन एज। अपना नियोलिथिक है, इनू बोलांगे बच्चों आपां न्यू स्टोन एज। हुण देखनी है फिर आपां बच्चों मेन चीज मतलब मैं तुहानूं की कहा, कोई भी चीज बोलण तो पहला प्रमाण, तुसीं कहो सर प्रमाण कित्थे है, दिन्ने। हुण आपां तुहानूं पढ़ाउणा है भी आपां नूं पैलियोलिथिक पीरियड दे प्रमाण अपने मुल्क दे विचों कित्थे मिले है, मतलब इंपॉर्टेंट जगहां जिथों आपां नूं अवशेष मिलणगे पैलियोलिथिक दे। लिख रख लो इंपॉर्टेंट साइट्स, इंपॉर्टेंट साइट्स ऑफ पैलियोलिथिक पीरियड।
ਪੈਲੀਓਲਿਥਿਕ ਪੀਰੀਅਡ ਦੇ ਇੰਪੋਰਟੈਂਟ ਸਾਈਟ ਕਿਹੜੀਆਂ ਹੈ। ਪਹਿਲਾਂ ਸਭ ਤੋਂ ਲਿਖਾਂਗੇ ਜਿਹੜੀ ਕਿ ਸਭ ਤੋਂ ਟੌਪ ਦਾ ਪੁਆਇੰਟ ਬਣਾਉਗੀ ਬੱਚਿਓ ਲਿੰਗ ਸੁਗਰ ਇਨ ਕਰਨਾਟਕਾ। ਸਭ ਤੋਂ ਚੋਟੀ ਦਾ ਪੁਆਇੰਟ ਕੀ ਹੈ, ਯਾਦ ਰੱਖਣਾ, ਬਹੁਤ ਧਿਆਨ ਨਾਲ ਸੁਣਨਾ ਹੈ। ਲਿੰਗ ਸੁਗਰ ਇਨ ਕਰਨਾਟਕਾ ਇਹ ਆਪਣੇ ਮੁਲਕ ਦੀ ਪਹਿਲੀ ਪੈਲੀਓਲਿਥਿਕ ਸਾਈਟ ਹੈ ਜਿਹੜੀ ਕਿ ਡਿਸਕਵਰ ਕੀਤੀ ਗਈ ਹੈ। ਇਹਦੇ ਨਾਲ ਹੀ ਪਾ ਲਓ ਫਸਟ ਸਾਈਟ ਟੂ ਬੀ ਡਿਸਕਵਰਡ। ਇਹ ਪਹਿਲੀ ਸਾਈਟ ਹੈ ਜਿਹੜੀ ਖੋਜੀ ਗਈ ਹੈ ਪੈਲੀਓਲਿਥਿਕ ਪੀਰੀਅਡ ਦੀ। ਫਸਟ ਸਾਈਟ ਟੂ ਬੀ ਡਿਸਕਵਰਡ ਬਾਈ ਡਾਕਟਰ ਪ੍ਰਿਮਰੋਜ਼। ठीक है ना। तो ये पहली मेन साइट होगी लिंग सुगर इन कर्नाटका। फिर बच्चों पाओ बेलन वैली, सारे पॉइंट बहुत ध्यान ना पाने हैं। कल नूं मैं पूरा एलैबोरेट करूंगा बेलन वैली दा। फिर तुहानूं मैं दसूंगा सोहन वैली, ये भी पैलियोलिथिक साइट है, इत्थों भी आपां नूं अवशेष मिले है। फिर बच्चों लिखो कोरेगांव, फिर लिखो चंदौली, एंड शिकारपुर। ये बच्चों सारियां की है पैलियोलिथिक साइट्स ने। ये तिन्ने कित्थे है बच्चों, महाराष्ट्र दे विच। बट सब तो इंपॉर्टेंट, बहुत कीमती, सोच तो परे, भीमबेटका केव्स। क्या बात है, ये क्या हो गया भाई, क्योंकि भीमबेटका केव्स बच्चों ये अपने मध्य प्रदेश दे विच है ते इन्हां नूं अज तक मतलब जिन्ना चਿਰ ਆਪਾਂ आ लाइन नहीं लिखी सी ਆਪਾਂ ਕੀ ਮੰਨਦੇ ਸੀ ਵੀ ਇਹ ਬੁੱਧਿਸਟ ਥਾਵਾਂ ਨੇ। इट इज द बुद्धिस्ट साइट। सारा मुल्क ही ਆਪਾਂ नहीं, सारा मुल्क ही ਇਹਨਾਂ ਨੂੰ ਮੰਨਦਾ ਸੀ भी ये बुद्धिस्ट साइट है। बट नहीं, एक बंदा आऊगा विष्णु श्रीधर ने ये प्रूफ किया, कहता जी ये पैलियोलिथिक साइट है। नॉट ओनली पैलियोलिथिक, कहता है मीजोलिथिक साइट भी है, इथों मीजोलिथिक दौर के भी अवशेष मिलणगे, कहता इथों नियोलिथिक के भी मिलणगे। हाँ तुसी भी सही हो, इथों बुद्धिस्ट मॉन्क्स बारे भी जानकारी आपां नूं मिलनी है। तो सारी सही है, कोई दुखी होने की लोड़ नहीं। ये बच्चों डिस्कवर, ये प्रूफ किने कीता सी भी ये बुद्धिस्ट साइट नहीं केवल ये पैलियोलिथिक भी है। याद रखना है विष्णु श्रीधर। तुसीं कहोगे सर काहनूं बच्चे बंदे ने लिखाई जाते हो, काम सानूं पहली बड़ा औखा लगता है, क्योंकि विष्णु श्रीधर नूं फादर ऑफ रॉक आर्ट इन इंडिया कहा जाता है बच्चों। फादर ऑफ रॉक आर्ट, इसको बोलते हैं फादर ऑफ रॉक आर्ट इन इंडिया। फादर ऑफ रॉक आर्ट इन इंडिया, समझ गए, विष्णु श्रीधर। तो ये सारे की सारे पढ़ा अगे दसूंगा। जिवें बेलन वैली है, बेलन वैली भी अगे कई थावां ते यूज करांगे आपां। इलाहाबाद यूपी दे विच बेलन वैली हो गया, भीमबेटका केव्स हो गया, मैं तुहानूं दस ही दिना। ये दोने ना केवल पैलियोलिथिक है, ये मीजोलिथिक भी है, नियोलिथिक साइट भी है। सोहन वैली पंजाब, नाउ इन पाकिस्तान, जिहड़ा पंजाब च उत्थे है वो आपां देखांगे सोहन वैली है। कोरेगांव, चंडोली, शिकारपुर ये महाराष्ट्र दा है। सो फाइनल एक टच आपां होर देण जा रहे हैं। ये अपना बच्चों पैलियोलिथिक जिहड़ा पीरियड है, ये टर्म अपनी पैलियोलिथिक है, ये यूज किने कीती है, लिख के रख लो टर्म पैलियोलिथिक। पैलियोलिथिक was given by, ये टर्म बच्चों किने दिती है ते नोट्स नाल दी ना बनाउणी है। तुहानूं वैसे पता लग ही गया होगा, तुसीं लगभग मेथों कई सालों तो पढ़ रहे होंगे, वक्-वक् तुहाडे रिश्तेदार पढ़े है, दोस्त मित्र भैन भरा पढ़े है, तुहानूं पक्का दस्सिया होगा भी नोट्स सर दे नाल बनाउणे पैणगे। बट फर्स्ट टाइम आपां पीडीएफ दा काम भी चालू करन जा रहे हैं, तो नाल ही इंफॉर्मेशन मैं दूंगा नेक्स्ट क्लास दे विच। टर्म पैलियोलिथिक वाज गिवन बाय जॉन ल्यूबॉक। आज आपां किन्ने बंदे देखे है, जॉन ल्यूबॉक देखे है, फिर आपां देखे है विष्णु श्रीधर, फिर आपां देखे फादर ऑफ हिस्ट्री कौन है, हीरोडोटस। हुण एक तुहानूं वर्ड मैं होर लिखाउणा है, फादर ऑफ प्री हिस्ट्री कौन है, ये मतलब गप्पां दा बादशाह कौन है। हल तक गप्प तुहानूं मैं सुनाए नहीं, जान के तुसीं पहले दिन हाफड़ जो
ਉਹ ਦਿਮਾਗ ਹੁਣ ਬੰਦੇ ਨੇ ਕੀ ਵਰਤ ਲਿਆ ਦਿਮਾਗ ਬੰਦਾ ਬਣ ਜੂਗਾ ਹੁਣ ਆਊਗਾ ਫਿਰ ਮੀਜ਼ੋਲਿਥਿਕ ਪੀਰੀਅਡ ਫਿਰ ਆਪਾਂ ਪੜਾਂਗੇ ਉੱਥੇ ਘੈਂਟ ਤਰੀਕੇ ਨਾਲ ਪ੍ਰੀ ਹਿਸਟੋਰਿਕ ਪੀਰੀਅਡ ਦਾ ਫਾਦਰ ਕੌਣ ਹੈ ਪ੍ਰੀ ਹਿਸਟੋਰਿਕ ਪੀਰੀਅਡ ਦਾ ਫਾਦਰ ਕੌਣ ਹੈ ਉਹ ਵੀ ਲਿਖ ਕੇ ਰੱਖ ਲਓ father of prehistoric period father of prehistoric period father of बच्चों prehistoric period कौन है की डिक्लामांगे ਆਪਾਂ डिक्लामांगे जी रॉबर्ट ब्रूस रॉबर्ट ब्रूस ये अपना फादर ऑफ प्री हिस्ट्री है ओवरऑल मैंने लगता नहीं भी अज तो ਆਪਾਂ खास देखी जाने मैंने पता है 99% बच्चों को ये पॉइंट पता है बट मेरी मजबूरी है क्यों हर बच्चे नाल लेके चलना है हर आए दिन बच्चा नवा जुड़ता है उन्होंने जमा स्टार्टिंग तो बेसिक इन्फॉर्मेशन देनी जरूरी होंगी है समझे मेरी गल तो जिन्होंने पता है वो आपका ब्लड ना वधाओ जिन्होंने नहीं पता वो भी डरियो ना भी बाली कुछ जो होई जांदा है कुछ नहीं हैगा 2-4 बारी पढ़ांगे वो जमा खिलार दांगे बस दिन मैं तुहानूं की कहा भी 4 दे दिओ 4 उस तो बाद फिर बच्चों अपना स्टार्ट होंदा है मीजोलिथिक पीरियड की स्टार्ट होंदा है मीजोलिथिक पीरियड हुण लियावांगे आपां सब तो वड्डी ट्रांसफॉर्मेशन इन द ह्यूमन सिविलाइजेशन मीजो मतलब की हुंदा है तिखा लिथिक मतलब की हुंदा है पत्थर बंदा की हो गया तिखा शरारती अंसर बन गया बंदा पहली बार दिमाग वरतूगा दिमाग क्यों वरतूगा उसके सामने हालात की पैदा होंगे डोमैस्टिकेशन ऑफ एनिमल की हुंदा है कित्थों आपां नूं किहड़े-किहड़े एविडेंस मिलणगे बंदा मतलब जिवें अज वर्कआउट करदा जिंदगी दे विच वो वर्कआउट स्टार्ट होगा उहदियां फैमिलीज उहदे टब्बर बंदे नूं कंट्रोल करन वास्ते भी एक ऑर्गेनिज्म दी गल करांगे वूमैन सब कुछ देखेंगे पर अज दी क्लास विच मैं जान के इन्ना की रखना चाहुंदा क्योंकि प्रैशर कदे भी मैं पढ़ाई दे विच अज तक बच्चे दे नहीं पाया तुसीं ऐं देखियो जस्ट विद इन 1 वीक तुहाडा फेवरेट सबजैक्ट हिस्टरी होगा बस इहदे नाल ही फिर आपां अज दी क्लास बच्चों समाप्त करते हैं कल नूं फिर मिलते हैं आपां अस्सी काल सारिआं नूं गुड नाइट स्वीट ड्रीम्स टेक केयर